देखो जनाब सिम ते आया जी मैसेज नज़र आ रहा जी। यह कोड है 6 इंचियां का। ये 6 इंचियां का कोड तुसी दसना तो यह उपर लिखा है टिकटॉक। इन्हों का टिकटॉक के अकाउंट ही कोई नहीं, 0 फॉलोवर आ। तो इन्हों भेजी जान डे, उन्होंने ये नहीं देखा कि ये इस बंदे के टिकटॉक के फॉलोवर है कि नहीं है, कि टिकटॉक से काम करते कि नहीं करते। नीचे जो आ गया ना तो रब्बी भी हथ लग गया ना तो लर्न मोर, तो समझ लो ਤੁਹਾਡਾ ਕੋਡ ਉਹਨਾਂ ਦੇ ਕੋਲ ਚਲਾ ਗਿਆ। ਤੇ ਇਹਨੂੰ ਦਸਤੀ ਬਲੌਕ ਕਰਨਾ ਬਣਦਾ ਤੁਹਾਡਾ। ਇਹ ਜਿਹੜੀ ਚੀਜ਼ ਨਾ ਇਨਬਾਕਸ ਹੁੰਦਾ ਨਾ ਤੁਹਾਡਾ, ਇਹ ਇਨਬਾਕਸ ਨਹੀਂ ਆ ਰਿਹਾ, ਇਹ ਜਸਟ ਲਰਨ ਮੋਰ ਤੇ ਤੁਸੀਂ ਕਲਿੱਕ ਕਰਨਾ ਆ ਤੇ ਉਹਨਾਂ ਨੂੰ ਕੋਡ ਆਟੋਮੈਟਿਕ ਚੱਲ ਜਾਣਾ ਇੱਥੇ ਤੱਕ। ਫਰਾਡੀਆ ਪਾਕਿਸਤਾਨ ਦੇ ਵਿੱਚ ਇੱਥੇ ਤੱਕ। ਮੈਂ ਇੱਥੇ ਫੈਸਲਾਬਾਦ ਆਇਆ ਨਾ ਜੀ, ਉਹ ਇੱਥੇ ਮੈਂ ਦਫ਼ਤਰ 'ਚ ਆਇਆ, ਉਹ ਜਿਹੜਾ ਮੇਰੀ ਗੱਡੀ ਉਧਰ ਖਲੋਤੀ ਆ, ਉਹ ਕਹਿੰਦਾ ਮੇਰੀ ਗੱਡੀ ਇੱਧਰ ਆ, ਕੋਈ ਕਹਿੰਦਾ ਮੇਰੀ ਗੱਡੀ ਸ਼ਾਂਤ ਕਰ ਦੇ। ਮੈਂ ਬੜਾ ਮੈਂ ਕਿਹਾ ਯਾਰ ਇਸ ਦਫ਼ਤਰ 'ਚ ਕੀ ਹੋਣ ਡਿਆ। ਅਸੀਂ ਇਸਲਾਮਾਬਾਦ 'ਚ ਬੈਠ ਕੇ ਮਤਲਬ ਕਿਸੇ ਕੋਲ ਗੱਡੀ ਨਹੀਂ ਹੈਗੀ, ਇੱਥੇ ਹਰ ਬੰਦਾ ਗੱਡੀ ਲਈ ਫਿਰਦਾ, ਇਹ ਕੀ ਚੱਕਰ ਹੈ ਯਾਰ। ਉਹ ਮੈਂ ਜਨਾਬ ਇੱਥੇ ਆਪਣੇ ਭਾਈ ਦੇ ਘਰ ਚਲਾ ਗਿਆ, ਤੇ ਉਹ ਮੈਂ ਉੱਥੇ ਗਿਆ ਤੇ ਉਹ ਮੇਰੀ ਉਹ ਸਾਲੀ ਜਿਹੜੀ ਨਾ ਆਪਣੇ ਬੇਟੇ ਨੂੰ ਕਹਿੰਦੀ ਕਿ ਬਈ ਉਹ ਤੂੰ ਆਪਣੀ ਗੱਡੀ ਕਿੱਥੇ ਖੜੀ ਕੀਤੀ ਹੈ। ਮੈਂ ਕਿਹਾ ਤੁਸੀਂ ਵੀ ਗੱਡੀ ਲੈ ਲਈ। ਸਿਮ ਦੇ ਉੱਪਰ ਮੈਸੇਜ ਆ ਜੇ, ਮੈਸੇਜ ਨੂੰ ਤੁਸੀਂ ਛੇੜਨਾ ਨਹੀਂ। ਟਿਕਟੌਕ ਦੀ ਤਰਫੋਂ ਆ ਗਏ ਜਾਂ ਕਿਸੇ ਹੋਰ ਦੀ ਤਰਫੋਂ ਆ ਜੇ ਮੈਸੇਜ ਨੂੰ, ਉਸ ਮੈਸੇਜ ਨੂੰ ਜਦੋਂ ਤੁਸੀਂ ਓਪਨ ਕਰਦੇ ਹੋ ਨਾ, ਉਹਦੇ ਨੀਚੇ ਚੈਟ ਕਰਨ ਵਾਲਾ ਬਾਕਸ ਬਣਿਆ ਹੁੰਦਾ। ਲੇਕਿਨ ਲੰਘ ਜਾਓ ਯਾਰ ਸਾਰੇ ਇੱਥੇ ਅੱਜ ਹੀ ਲੰਘਣਾ। ਇਹਨਾਂ ਕੋਲੋਂ ਆਪਣੀ ਬਰਦ ਨਹੀਂ ਨਿਕਲੀ। ਚਾਚਾ ਗਿਆ ਫਰਦ ਕਢਾ, ਉਹਨਾਂ ਕਿਹਾ ਜਾ origignal ਬੰਦਾ ਲੈ ਗਿਆ। ਇਹ ਤੇ 10000 ਰੁਪਏ ਇੱਥੇ ਰੱਖੋ, ਇਹ ਭਾਈ ਜੀ 10000 ਰੁਪਏ ਲੈ ਕੇ ਪਟਵਾਰੀ ਵਿੱਚ ਭੱਜ ਪਏ। ਇਹ ਵਪਾਰ ਪਿੰਡਲ ਦਾ ਮਸਲਾ ਹੱਲ ਕਰਾਉਣ ਪਰ ਪਿਆ। अस्सलाम वालेकुम, की हाल है वीरो? ठीक हो? उम्मीद करते हैं सारे ठीक होणगे। ते तुहाडे सारे दा वेलकम है तुहाडे अपने लियाकत फ्रेंड व्लॉग दे विच। ते जनाब दिन आ अज मंगल दा, मौसम माशाल्लाह बड़ा ठंडी ठंडी हवा चल रही है इस टाइम। सौन भादों चल रही है लेकिन हवा इस टाइम ठंडी है। बारिश भी रात थोड़ी बहुती हुई है, देखो सड़क हाले गिली है, लेकिन इन्नी नहीं हुई कि वो गारा कर सके। गारा नहीं उन्हें किया, लेकिन थोड़ी बहुती इधर हुई है। अगे तो पता नहीं, अगे जाना तो पता लगना कि बारिश अगे भी हुई है कि नहीं, क्योंकि असी इत्थों जाना सीधे फैसलाबाद अपनी ड्यूटी ते। ते तुहाडे नाल अज दी रूटीन करते हैं असी शेयर। स्टार्ट असी करता ब्लॉग, ते नाल जुड़े रहो। इंशाअल्लाह ताला जो भी होएगा तुहानूं दिखावांगे, अपनी रूटीन दिखावांगे ते रूटीन ही विखावांगे, ठीक है। क्योंकि अज सानूं काम भी है ने, वो भी इंशाअल्लाह ताला करांगे। विखाउण वाले होए तो विखावांगे। कल भी जिहड़े हैगे सी वो विखाते, जिहड़े नहीं विखाउण वाले वो नहीं दिखाए। क्योंकि बाय टाइम असी किसी ऐसी जगह ते कैमरा नहीं खोल सकते जिन्हों असी नहीं दिखाना, उत्थे नहीं खोलीदा। बाकी जिथे कोई मसला ना हो वो खोल के दिखा दीदा कैमरा। तो चलते हैं फैसलाबाद, पहुँचते हैं, मिलते हैं अपने यारां दोस्तों, अपने काम से निकलते हैं। जी अज की रूटीन है तुहाडे नाल शेयर करते हैं, नाल जुड़े रहो। लव यू हो गया, ठीक है। हाँ जी, तो भाईन असी पहुँच गए अपने फैसलाबाद शहर के चनेट बाज़ार का इशारा। इत्थे किते साडा दफ्तर आ। पहुँच गए हैं, चलते हैं ऑफिस। हाले 9 का टाइम हो गया जी पूरा।
9 ਦਾ ਟਾਈਮ ਹੋ ਗਿਆ ਤੇ ਚੱਲਦੇ ਹਾਂ ਆਪਣੇ ਦਫ਼ਤਰ, ਮਿਲਦੇ ਹਾਂ ਆਪਣੇ ਯਾਰਾਂ ਦੋਸਤਾਂ ਨੂੰ ਤੇ ਅੱਜ ਦੀ ਰੁਟੀਨ ਕਰਦੇ ਤੁਹਾਡੇ ਨਾਲ ਸ਼ੇਅਰ ਤੇ ਨਾਲ ਹੀ ਦਿਓ, ਅੱਜ ਤੁਹਾਨੂੰ ਸਾਰਾ ਕੁਝ ਦਿਖਾਉਣਾ। ਸਰ ਪਹੁੰਚ ਗਏ ਆਪਣੇ ਦਫ਼ਤਰ ਦੇ ਵਿੱਚ, ਮਨਾਜ਼ਰ ਸਾਹਿਬ ਆ ਗਏ ਨੇ ਤੇ ਖਾਲਦ ਸਾਹਿਬ ਆ ਗਏ ਨੇ। ਤੁਹਾਨੂੰ ਦੱਸਣ ਲੱਗੇ ਹਾਂ ਕਿ ਅੱਜ ਕੱਲ੍ਹ ਨਾ ਤੁਹਾਡੇ ਨੰਬਰ ਤੇ ਮੈਸੇਜ ਆਉਣੇ ਸਟਾਰਟ ਹੋਏ ਨੇ। ਇੱਕ ਤੇ ਅਪਡੇਟ ਆਈ ਨਾ ਕੋਈ, ਉਸ ਤੋਂ ਇਲਾਵਾ ਗੱਲ ਕਰ ਰਹੇ ਕਿ ਤੁਹਾਡੇ ਸਿਮ ਦੇ ਇਨਬਾਕਸ ਦੇ ਵਿੱਚ ਮੈਸੇਜ ਆਉਂਦਾ ਹੈ, ਤੁਹਾਡੇ ਕੋਲ ਆਈਡੀ ਆ ਜਾਂ ਟਿਕਟੋਕ ਦੀ ਜਾਂ ਕੋਈ YouTube ਚੈਨਲ ਆ, ਉਹਦੇ ਹਵਾਲੇ ਨਾਲ ਉਹਨਾਂ ਨੇ ਤੁਹਾਨੂੰ ਮੈਸੇਜ ਕਰਨਾ ਹੈ। ਮੈਸੇਜ ਇਹ ਕਰਨਾ ਕਿ ਤੁਹਾਡਾ ਨਾ ਅਕਾਊਂਟ ਬੈਨ ਹੋ ਚੱਲਾ ਆ ਤੇ ਤੁਹਾਨੂੰ ਵੈਰੀਫਿਕੇਸ਼ਨ ਕੋਡ ਆਏਗਾ, ਤੁਸੀਂ ਉਹ ਕੋਡ ਦੱਸਣਾ, ਨਹੀਂ ਤੇ ਤੁਹਾਡਾ ਅਕਾਊਂਟ ਬੰਦ ਕਰ ਦਿੱਤਾ ਜਾਏਗਾ, ਤੁਹਾਡਾ ਫੇਸਬੁੱਕ ਅਕਾਊਂਟ ਬੰਦ ਕਰ ਦੇਗਾ, ਤੁਹਾਡਾ ਟਿਕਟੋਕ ਅਕਾਊਂਟ ਬੰਦ ਕਰ ਦਿੱਤਾ ਜਾਏਗਾ। ਮੇਰੇ ਕੋਲ ਅੱਗੇ ਵੀ ਇੱਕ ਕੇਸ ਆਇਆ ਸੀਗਾ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੈਂ ਕਿਹਾ ਇਹ ਫੇਕ ਚੀਜ਼ ਆ, ਕਿਉਂਕਿ ਅਗਰ ਟਿਕਟੋਕ ਜਾਂ ਕੋਈ ਵੀ ਐਪ ਤੁਹਾਨੂੰ ਮੈਸੇਜ ਕਰਦੀ ਹੈ ਨਾ, ਉਹ ਬਕਾਇਦਾ ਆਪਣੇ ਤੁਹਾਡੇ ਇਨਬਾਕਸ ਤੁਹਾਨੂੰ ਮੈਸੇਜ ਕਰਦੀ ਹੁੰਦੀ ਆ। ਟਿਕਟੋਕ ਪਲੇਟਫਾਰਮ ਦੇ ਜਿਹੜੀ ਉਹ ਐਪ ਹੈ ਨਾ, ਉਹਦੇ ਇਨਬਾਕਸ 'ਚ ਮੈਸੇਜ ਆਉਂਦਾ ਹੁੰਦਾ, ਜਾਂ ਜਿਹੜੀ ਜੀਮੇਲ ਤੁਸੀਂ ਰਜਿਸਟਰਡ ਕਰਾਈ ਹੁੰਦੀ ਉਹ ਵੀ ਆਪਣਾ ਉਹਨਾਂ ਉਹ 'ਤੇ ਈਮੇਲ 'ਤੇ ਆਉਂਦਾ ਹੁੰਦਾ। ਲੇਕਿਨ ਸਭ ਤੋਂ ਪਹਿਲੇ ਉਹ ਮੈਸੇਜ ਤੁਹਾਡੇ ਇਨਬਾਕਸ 'ਚ ਕਰਦੇ ਨੇ, ਐਪ ਦੀ ਇਨਬਾਕਸ ਦੇ ਵਿੱਚ। ਹੁਣ ਇਹ ਖਾਲਦ ਸਾਹਿਬ ਨੂੰ ਮੈਸੇਜ ਆਇਆ ਜੀ, ਆਪਣਾ ਦਿਖਾਉਂਦੇ ਆ ਤੁਹਾਨੂੰ। ਇਹ ਸਿਮ ਦੇ ਮੈਸੇਜ ਆਇਆ, ਇਹ ਦੇਖੋ ਜਨਾਬ, ਸਿਮ ਤੇ ਆਇਆ ਜੀ ਮੈਸੇਜ, ਨਜ਼ਰ ਆ ਰਿਹਾ ਜੀ। ਇਹ ਕੋਡ ਹੈ 6 ਹਿੱਸਿਆਂ ਦਾ, ਇਹ 6 ਹਿੱਸਿਆਂ ਦਾ ਕੋਡ ਤੁਸੀਂ ਦੱਸਣਾ। ਤੇ ਇਹ ਉੱਪਰ ਲਿਖਿਆ ਹੈ ਟਿਕਟੋਕ। ਇਹਨਾਂ ਦਾ ਟਿਕਟੋਕ ਦੇ ਅਕਾਊਂਟ ਹੀ ਕੋਈ ਨਹੀਂ, 0 ਫਾਲੋਵਰ ਆ, ਤੇ ਇਹਨਾਂ ਨੂੰ ਭੇਜੀ ਜਾਂਦੇ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਇਹਦੇ ਇਸ ਬੰਦੇ ਦੇ ਟਿਕਟੋਕ ਦੇ ਫਾਲੋਵਰ ਹੈ ਕਿ ਨਹੀਂ ਹੈ, ਕਿ ਟਿਕਟੋਕ ਤੇ ਕੰਮ ਕਰਦੇ ਕਿ ਨਹੀਂ ਕਰਦੇ। ਇਹਨਾਂ ਦਾ ਟਿਕਟੋਕ ਨਾਲ ਐਡਾ ਲਿੰਕ ਹੀ ਕੋਈ ਨਹੀਂਗਾ। ਮੈਂ ਇਹਨਾਂ ਨੂੰ ਇੱਕ ਅਕਾਊਂਟ ਬਣਾ ਕੇ ਦਿੱਤਾ ਸੀ, ਉਹ ਕਦੀ ਸਾਲ ਹੋ ਗਿਆ, ਕਦੇ 2 ਵੀਡੀਓ ਪਾਈਆਂ ਇਹਨਾਂ ਨੇ। ਤੇ ਖਾਲਦ ਸਾਹਿਬ ਤੁਸੀਂ ਦੱਸੋ। ਹਾਂਜੀ, ਮੇਰਾ ਤੁਸੀਂ ਕੀ ਸਮਝਿਆ ਸੀ, ਵਾਕਈ ਬੰਦ ਹੋ ਚੱਲਾ? ਜ਼ੀਰੋ ਪਰਫਾਰਮ ਨਹੀਂ, ਮੈਂ ਹੁਣ ਹੀ ਮੈਸੇਜ ਆਇਆ, 3-4 ਮਿੰਟ ਹੋਏ ਨੇ। ਅੱਛਾ, ਹਾਂਜੀ ਇਹ ਦੇਖੋ ਨਾ, ਇਹਦਾ ਜੇ ਆਪਣਾ ਜਿਹੜਾ ਨਾ ਆ ਪੱਖਾ ਬੰਦ ਹੋ ਇਹ ਦੇਖੋ ਅਜੇ 4 ਮਿੰਟ ਹੋਏ ਨੇ। ਆ ਉੱਪਰ ਤੁਹਾਡੇ ਨਾਲ ਤਕਰੀਬਨ 4 ਮਿੰਟ ਪਹਿਲੇ ਮੈਸੇਜ ਆਇਆ ਟਿਕਟੋਕ ਦੀ ਤਰਫੋਂ। ਇੱਕ ਆਪਣਾ ਕੋਡ ਕੋ ਹੋਰ ਆਪਣਾ ਸਾਡੇ ਜਿਹੜੇ ਵਿਊਅਰਸ ਨੇ ਉਹ ਵੀ ਵੇਖ ਕੇ ਨੇ ਇਸਤੇਮਾਲ ਕਰ ਲੈਣਗੇ। ਨਹੀਂ ਕੋਡ ਉਹ ਇੱਕ ਚਲਾ ਗਿਆ ਨਾ, ਇਹ ਵੀਡੀਓ ਤੇ ਚੱਲਣੀ ਹੈ ਕੱਲ ਨੂੰ। ਉਹ ਆ ਗਿਆ ਜੀ ਚਾਚਾ ਇਫਤਖਾਰ। ਮੈਂ ਅਸੀਂ ਉਹ ਗੱਲ ਕਰ ਰਹੇ ਸੀਗੇ, ਮੈਂ ਤੁਹਾਨੂੰ ਇੱਕ ਦਿਨ ਦੱਸਿਆ ਕਿ ਸਾਡੇ ਚਾਚੇ ਇਫਤਖਾਰ ਦੇ ਨਾਲ ਵੀ ਨਾ ਫਰਾਡ ਹੋ ਚੱਲਾ ਸੀਗਾ। ਤੇ ਕੀ ਹਾਲ ਹੈ, ਸੁਣਾਓ, ਸੇਤਾ ਤੁਸੀਂ? ਮਾਸ਼ਾਅੱਲਾ ਜੀ, ਮੁਲਾਕਾਤਾਂ ਆ ਰਹੀਆਂ ਜੀ। ਇਹ ਚਾਚੇ ਹਣੀ ਨਾ ਸਾਡੇ ਬੜੇ। ਹੋਰ ਸੁਣਾਓ ਕੀ ਹਾਲ ਹੋ? ਇਹ ਉਹ ਬੰਦੇ ਨੇ ਜਿਹੜੇ ਕਹਿੰਦੇ, ਜਿਹੜੇ ਪਾਕਿਸਤਾਨ ਫੈਸਲਾਬਾਦੀ ਹੈ ਨਾ, ਮੋਟਰਸਾਈਕਲ ਨੂੰ ਗੱਡੀ ਕਹਿੰਦੇ, ਤੇ ਬਾਅਦ ਚ ਪਤਾ ਲੱਗਾ ਸੀ ਇਹਨੂੰ ਵੀ ਗੱਡੀ ਇਹਨੂੰ ਕਹਿੰਦੇ ਆ। ਮੈਂ ਪਰੇਸ਼ਾਨ ਹੋ ਗਿਆ ਸੀ। ਚਾਚਾ ਕਹਿੰਦੇ ਮੈਂ ਪਰੇਸ਼ਾਨ ਹੋ ਗਿਆ। ਮੈਂ ਇੱਥੇ ਫੈਸਲਾਬਾਦ ਆਇਆ ਨਾ ਜੀ, ਉਹ ਇੱਥੇ ਮੈਂ ਦਫ਼ਤਰ 'ਚ ਆਇਆ, ਉਹ ਜਿਹੜਾ ਵੀ ਮੇਰੀ ਗੱਡੀ ਉਧਰ ਖਲੋਤੀ ਆ, ਉਹ ਕਹਿੰਦਾ ਮੇਰੀ ਗੱਡੀ ਇੱਧਰ ਆ, ਕੋਈ ਕਹਿੰਦਾ ਮੇਰੀ ਗੱਡੀ ਸ਼ਾਂਤ ਕਰ ਦੇ। ਮੈਂ ਬੜਾ ਮੈਂ ਕਿਹਾ ਯਾਰ ਇਸ ਦਫ਼ਤਰ 'ਚ ਕੀ ਹੋਣ ਡਿਆ ਹੈ? ਅਸੀਂ ਇਸਲਾਮਾਬਾਦ 'ਚ ਬੈਠ ਕੇ ਮਤਲਬ ਕਿਸੇ ਕੋਲ ਗੱਡੀ ਹੀ ਨਹੀਂ ਹੈਗੀ, ਇੱਥੇ ਹਰ ਬੰਦਾ ਗੱਡੀ ਲਈ ਫਿਰਦਾ, ਇਹ ਕੀ ਚੱਕਰ ਹੈ ਯਾਰ? ਉਹ ਮੈਂ ਜਨਾਬ ਇੱਥੇ ਆਪਣੇ ਭਾਈ ਦੇ ਘਰ ਚਲਾ ਗਿਆ, ਤੇ ਉਹ ਮੈਂ ਉੱਥੇ ਗਿਆ ਤੇ ਉਹ ਮੇਰੀ ਉਹ ਸਾਲੀ ਜਿਹੜੀ ਨਾ ਆਪਣੇ ਬੇਟੇ ਨੂੰ ਕਹਿੰਦੀ ਕਿ ਬਈ ਉਹ ਤੂੰ ਆਪਣੀ ਗੱਡੀ ਕਿੱਥੇ ਖੜੀ ਕੀਤੀ ਹੈ? ਮੈਂ ਕਿਹਾ ਤੁਸੀਂ ਵੀ ਗੱਡੀ ਲੈ ਲਈ। ਉਹ ਕਹਿੰਦੀ ਨਹੀਂ ਭਾਜੀ, ਇੱਥੇ ਅਸੀਂ ਮੋਟਰਸਾਈਕਲ ਨੂੰ ਗੱਡੀ ਕਹਿੰਦੇ ਆ। ਯਾਰ ਚਾਚਾ ਤਾਂ ਕਹਿੰਦਾ ਵੀ ਮੈਂ ਪਰੇਸ਼ਾਨ ਹਾਂ। ਇਹ ਫੈਸਲਾਬਾਦ ਦੇ ਜਿਹੜੇ ਦਫ਼ਤਰ ਵਾਲੇ ਆ, ਇਹਨਾਂ ਦੇ ਨੈਬ ਕਾਸਦ ਕੋ, ਛੋਟੇ ਡਰਾਈਵਰ ਕੋ ਵੀ ਗੱਡੀ, ਜਿਹੜਾ ਵੀ ਕੰਮ ਕਰ ਰਿਹਾ ਉਹਦੇ ਕੋਈ ਗੱਡੀ ਆ। ਪਤਾ ਨਹੀਂ ਇੱਥੇ ਕਿੰਨਾ ਕੁ ਪੈਸਾ ਖਰੇ ਫਰਾਡ ਕਰਦੇ ਆ ਇੱਥੇ ਲੋਕਾਂ ਦਾ। ਤੇ ਚਾਚਾ ਜੀ ਮੈਂ ਗੱਲ ਸੁਣਾ ਰਿਹਾ ਸੀ ਕਿ ਨਵਾਂ ਫਰਾਡ ਵੀ ਆਇਆ ਆ। ਇੱਕ ਤੇ ਤੁਹਾਡੇ ਨਾਲ ਹੋਇਆ ਸੀ ਨਾ, ਤੁਸੀਂ ਤੇ ਪੈਸੇ ਕਰਵਾ ਦੇਣ ਲੱਗੇ ਸੀਗੇ। ਹਾਂਜੀ ਹਾਂਜੀ। ਉਹ ਤੇ ਅੱਗੇ ਮੈਂ ਇੱਕ ਦਿਨ ਇੱਥੇ ਵੀਡੀਓ ਬਣਾਈ ਆ, ਸੇਮ ਉਹੀ, ਉਹਨੂੰ ਮੈਂ ਰਸੀਦ ਫੇਕ ਬਣਾ ਕੇ ਭੇਜੀ। ਉਹ ਆਪਸ ਚ ਲੱਗ ਪਏ ਬਹਿਸ ਕਰਨ ਵੀ ਉਹ ਕਹੇ ਪੈਸੇ ਆ ਗਏ ਆ, ਚੈੱਕ ਕਰ। ਉਹਨੇ ਰਸੀਦ ਭੇਜਦੀ ਆ ਬੈਂਕ ਦੀ। ਮੈਂ ਇੱਥੇ ਜਾਲੀ ਬਣਾ ਕੇ ਨਾ ਬਿਲਕੁਲ ਉਦਾਂ ਉੱਤੇ ਸਟੈਂਪ ਲਾ ਕੇ ਆਪਣੀ ਐਡਮਨ ਵਾਲੀ ਉਹ ਮਦਮ ਜੀ ਕਰਤੀ ਤਾਂ ਕਿ ਪਤਾ ਨਾ ਲੱਗੇ। ਮਦਮ ਜੀ ਕਰਤੀ ਮੈਂ ਕਿਹਾ ਤਾਂ ਕਿ ਇਹਨਾਂ ਨੂੰ ਪਤਾ ਨਾ ਲੱਗੇ ਕਿ ਇਹ ਫੇਕ ਆ ਜਾਂ ਬੈਂਕ ਦੀ ਆ, ਕਾਹਦੀ ਆ। ਉਹ ਫਿਰ ਕਰਦੇ ਐਂਡ ਤੇ ਤੁਹਾਨੂੰ ਪਤਾ ਜਦੋਂ ਕੰਮ ਮੁੱਕਦਾ ਨਾ ਤਾਂ ਗਾਲੋ ਗਾਲੀ ਹੋ ਕੇ ਮੁੱਕਦਾ। ਜਦੋਂ ਗਾਲ ਸ਼ੁਰੂ ਹੋ ਜੇ ਸਮਝ ਲਓ ਕੰਮ ਮੁੱਕ ਗਿਆ। ਉਹ ਫਿਰ ਸਾਡਾ ਐਂਡ ਤੇ ਗਾਲੋ ਗਾਲੀ ਹੋਇਆ, ਫਿਰ ਉਹ ਕੰਮ ਮੁੱਕਿਆ। ਤੇ ਹੁਣ ਨਵਾਂ ਆਇਆ ਕੰਮ, ਖਾਲਦ ਸਾਹਿਬ ਨੂੰ ਮੈਸੇਜ ਆਇਆ ਸਿਮ ਦੇ ਉੱਪਰ ਕਿ ਤੁਹਾਡਾ ਨਾ ਟਿਕਟੋਕ ਦਾ ਅਕਾਊਂਟ ਬੈਨ ਹੋ ਜਾਣਾ, ਵੈਰੀਫਿਕੇਸ਼ਨ ਕੋਡ ਆ ਤੁਹਾਨੂੰ ਆਏਗਾ, ਤੁਸੀਂ ਇਹਦਾ ਰਿਪਲਾਈ ਕਰੋ। ਮੈਂ ਤੁਹਾਨੂੰ ਕੀ ਕੋਡ ਆਇਆ,
ਇਹਨਾਂ ਦਾ ਜਿਹੜਾ ਕੋਡ ਹੈ ਨਾ ਇਹ ਕਿਸੇ ਇਹਨਾਂ ਦਾ ਕੋਈ ਬੈਂਕ ਹੈਕ ਕਰ ਰਿਹਾ ਜਾਂ ਕੋਈ ਹੋਰ ਚੀਜ਼ ਹੈਕ ਕਰ ਰਿਹਾ, ਉਹ ਇਹਨਾਂ ਨੂੰ ਮੈਸੇਜ ਉਹਨਾਂ ਨੇ ਟਿਕਟੋਕ ਦੀ ਤਰਫੋਂ ਉੱਤੇ ਟਿਕਟੋਕ ਲਿਖਿਆ ਬਕਾਇਦਾ, ਹਾਂ ਇਹਨਾਂ ਦੀ ਸਿਮ ਤੇ ਮੈਸੇਜ ਆਇਆ। ਹਾਲਾਂਕਿ ਅਗਰ ਟਿਕਟੋਕ ਤੁਹਾਨੂੰ ਮੈਸੇਜ ਕਰਨਾ ਤੁਹਾਡੇ ਇਨਬਾਕਸ 'ਚ ਕਰਦਾ, ਤੇ ਉਹਨਾਂ ਨੇ ਸਿਮ ਤੇ ਮੈਸੇਜ ਕੀਤਾ ਇਹਨਾਂ ਦੇ, ਤੇ ਆਹ ਵੈਰੀਫਿਕੇਸ਼ਨ ਕੋਡ ਤੁਸੀਂ ਰਿਪਲਾਈ ਕਰੋ। ਕੀ ਲਿਖਿਆ? ਰਿਪਲਾਈ ਕਰੋ। ਉਹਨਾਂ ਕਹਾ ਯਾਰ ਤੁਸੀਂ ਇਹ ਕੋਡ ਜਿਹੜਾ ਰਿਪਲਾਈ ਕਰੋ ਤੁਹਾਡਾ ਅਕਾਊਂਟ ਵੈਰੀਫਾਈ ਹੋ ਜਾਏਗਾ, ਬੰਦ ਹੋਣ ਤੋਂ ਬਚ ਜਾਏਗਾ। ਤੇ ਅਗਰ ਇਹ ਕੋਡ ਦਿੰਦੇ ਆ ਵਾਪਸ 20 ਮਿੰਟਾਂ ਦਾ ਟਾਈਮ ਹੁੰਦਾ, 20 ਮਿੰਟਾਂ ਦੇ ਵਿੱਚ ਅਗਰ ਕੋਡ ਵਾਪਸ ਚੱਲ ਜਾਂਦਾ 20 ਮਿੰਟ ਬਾਅਦ ਐਕਸਪਾਇਰ ਹੁੰਦਾ। ਇਹ ਜਿਹੜੇ ਕੋਡ ਨੇ ਨਾ 20 ਮਿੰਟ ਬਾਅਦ ਐਕਸਪਾਇਰ ਹੋ ਜਾਂਦੇ ਨੇ, ਫਿਰ ਨਵਾਂ ਕੋਡ ਆਉਣਾ ਹੁੰਦਾ। ਤੇ ਤੁਸੀਂ ਨਾ ਭੇਜੋ, ਇਹ ਵੀਡੀਓ ਦੇ ਵਿੱਚ ਵੀ ਸ਼ੋ ਹੋ ਗਿਆ ਆ, ਲੇਕਿਨ ਇਹ ਵੀਡੀਓ ਚੜ੍ਹਨੀ ਹੈ ਕੱਲ ਨੂੰ, ਇਹਦੀ ਕੋਈ ਟੈਨਸ਼ਨ ਨਹੀਂ ਲੈਣ ਦੀ ਜ਼ਰੂਰਤ। ਹੋ ਸਕਦਾ ਕੋਸ਼ਿਸ਼ ਕਰਾਂਗੇ ਨੂੰ ਬੁਲਾ ਹੀ ਕਰਦੀ ਹੈ। ਇਸ ਕਰਕੇ ਤੁਹਾਨੂੰ ਇਹ ਦੱਸਦੇ ਆ ਕਿ ਹੁਣ ਅਕਸਰ ਤੁਹਾਡੇ ਮੈਸੇਜਾਂ ਦੇ ਵਿੱਚ ਵੀ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ, ਸਿਮ ਦੇ ਉੱਪਰ ਵੀ, ਕਿ ਤੁਹਾਡਾ ਅਕਾਊਂਟ ਬੈਨ ਹੋ ਰਿਹਾ, ਲੇਕਿਨ ਹਾਲਾਂਕਿ ਸਭ ਤੋਂ ਵੱਡਾ ਫਰਾਡ ਆ। ਇਸ ਕੰਮ ਦੇ ਵਿੱਚ ਨਹੀਂ ਤੁਸੀਂ ਆਉਣਾ। ਮੇਰਾ ਵੀਡੀਓ ਬਣਾਉਣ ਦਾ ਮਕਸਦ ਆ ਕਿ ਮੈਂ ਜਿਹੜਾ ਵੀ ਫਰਾਡ ਹੋ ਰਿਹਾ ਤੁਹਾਨੂੰ ਦੱਸਾਂ, ਨਾਲ ਨਾਲ ਗਾਈਡ ਕਰਾਂ, ਤਾਂ ਕਿ ਜਿਹੜੇ ਸਾਡੇ ਵੇਖਣ ਵਾਲੇ ਉਹਨਾਂ ਨਾਲ ਫਰਾਡ ਨਾ ਹੋਵੇ। ਤੇ ਅੱਗੇ ਵੀ ਮੈਨੂੰ WhatsApp ਤੇ ਮੈਸੇਜ ਆਇਆ ਸੀ ਕਿ ਅਸੀਂ ਟਿਕਟੋਕ ਦੇ ਅਕਾਊਂਟ ਬਣਾ ਕੇ ਦੇਈਦੇ ਨੇ, ਉਹਦਾ ਵੀ ਮੈਸੇਜ ਆਇਆ ਸੀ ਕਿ ਯਾਰ ਸਾਡਾ ਚੈੱਕ ਕਰੋ ਜੀ, ਆ ਮੈਸੇਜ ਆਉਂਦਾ ਤੁਹਾਡਾ ਅਕਾਊਂਟ ਬੈਨ ਹੋ ਚੱਲਾ। ਮੈਂ ਉਹਨੂੰ ਦੱਸਿਆ ਮੈਂ ਕਿਹਾ ਫੇਕ ਆ, ਇਹਨੂੰ ਅਵੋਇਡ ਕਰੋ, ਇਹਦੀ ਕੋਈ ਟੈਨਸ਼ਨ ਨਹੀਂ। ਤੇ ਲਿਹਾਜ਼ਾ ਤੁਸੀਂ ਵੀ ਅਵੋਇਡ ਕਰਨਾ ਤੇ ਇਸ ਕੰਮ ਤੋਂ ਬਚਣਾ ਹੈ। ਜਿੰਨੇ ਵੀ ਸਾਡੇ ਵੀਵਰ ਨੇ, ਥੋੜੇ ਨੇ ਬਹੁਤੇ ਨੇ, ਇਸ ਕੰਮ ਤੋਂ ਬਚਣਾ ਹੈ ਕਿ ਤੁਹਾਨੂੰ ਅਗਰ ਸਿਮ ਤੇ ਮੈਸੇਜ ਆਵੇ ਕਿ ਤੁਹਾਡਾ ਕੋਡ ਤੁਸੀਂ ਵਾਪਸ ਕਰੋ, ਤੁਹਾਡਾ ਫਲਾਣਾ ਬੈਂਕ ਬੰਦ ਹੋ ਜਾਏਗਾ, ਫਲਾਣਾ ਅਕਾਊਂਟ ਬਲੌਕ ਹੋ ਜਾਏਗਾ, ਇਹ ਹੋ ਜਾਏਗਾ, ਉਹ ਹੋ ਜਾਏਗਾ, ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ, ਉਹਨੂੰ ਡਿਲੀਟ ਕਰ ਦੇਣਾ ਮੈਸੇਜ ਨੂੰ, ਠੀਕ ਹੈ। ਤੇ ਚਾਚੇ ਨਾਲ ਗੱਲਬਾਤ ਕਰਦੇ ਆ ਤੇ ਫਿਰ ਤੁਹਾਡੇ ਨਾਲ ਮਿਲਦੇ ਆ। ਉਹ ਚਾਚਾ ਜੀ ਸੁਣਾਓ, ਉਹ ਤੁਹਾਡੇ ਉੱਥੇ ਕੋਈ ਮੀਆਂ ਦੇ ਨਾਨ ਬੁੱਚੇ ਕੀ ਵਾਲੇ ਐਗਰੋ, ਅਲ ਕਮਰ ਐਗਰੋ ਤੇ ਅਲ ਫਲਾਣੀ ਐਗਰੋ, ਉਹ ਤਾਂ ਬੜਾ ਵੱਡਾ ਫਰਾਡ ਕਰ ਗਏ ਯਾਰ ਬੰਦਿਆਂ ਨੂੰ। ਐਗਰੋ ਵਾਲੇ ਜਿਹੜੇ ਨਾ ਉਹ 50% ਫਰਾਡ ਹੀ ਕਰਦੇ ਆ। ਚਾਚਾ ਉਹਨਾਂ ਨੇ ਕੀਤਾ ਕੀ, ਉਹ ਵਕਾਰ ਭਿੰਡਰ ਨਹੀਂ, ਉਹਨਾਂ ਨੇ 30 ਬੋਰੇ ਲਿਆਇਆ ਪੋਟਾਸ਼ ਦੇ। 30 ਬੋਰੇ ਮੇਰੇ ਖਿਆਲ ਦੇ ਮੁਤਾਬਕ ਅੰਦਾਜ਼ਨ 4 ਲੱਖ ਰੁਪਏ ਦੇ ਬਣਦੇ ਆ 30 ਬੋਰੇ ਪੋਟਾਸ਼ ਦੇ। ਉਹ ਪੋਟਾਸ਼ ਮਤਲਬ ਕਿ ਉਹਨੂੰ DAP ਕਹਿੰਦੇ ਆ, DAP ਖਾਦ ਮਹਿੰਗੀ ਖਾਦ, ਪੋਟਾਸ਼ੀਅਮ। ਉਹ ਉਹਨਾਂ ਕੋਲ ਲਿਆਂਦੇ ਤੇ ਉਹ ਭਾਈਆਂ ਨੇ ਉਹ ਜਿਹੜੇ ਖਿਲਾਰਦੇ ਸੀਗੇ, ਉਹ ਨਵੇਂ ਬੰਦੇ ਰੱਖੇ ਸੀ। ਉਹਨੇ ਕਿਹਾ ਯਾਰ ਇਹਦੀ ਨਾ ਤੇ ਬਹੁਤ ਦਿਮਾਗ ਨੂੰ ਚੜਨ ਡਈ ਆ, ਨਾ ਇਹ ਪੈਣ ਡਈ, ਕੁਛ ਵੀ ਨਹੀਂ ਕਰਨ ਡਈ, ਤੇ ਸੁੱਕਾ ਘੱਟਾ ਜਿਹਾ ਹੀ ਆ। ਉਹ ਜਦੋਂ ਉਹਨਾਂ ਨੇ ਕੱਢਿਆ ਥੈਲੇ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਵੇਖਿਆ, ਸੁੰਘਿਆ ਸੰਗਿਆ ਤੇ ਕੁਛ ਵੀ ਨਾ, ਢੇਲੇ ਬਣੇ ਪਏ ਖਾਦ ਦੇ ਵਿੱਚ। ਉਹਦੇ ਵਿੱਚ ਢੇਲੇ ਨਹੀਂ ਬਣਦੇ, ਉਹ 'ਚ ਢੇਲੇ ਬਣੇ ਪਏ। ਉਹਨਾਂ ਨੇ ਕੀ ਕੀਤਾ, ਉਹ ਉੱਥੋਂ ਚੱਕ ਕੇ ਫਿਰ ਉਹਦੀ ਲੈਬਾਰਟਰੀ ਕਰਾਈ 2-3 ਥਾਵਾਂ ਤੋਂ। ਲੈਬਾਰਟਰੀ ਕਰਾਈ, ਉਹਨਾਂ ਵੀ ਰਿਪੋਰਟ ਦਿੱਤੀ ਵੀ 2 ਨੰਬਰ ਚੀਜ਼ ਆ। ਫਿਰ ਉਹ ਭਾਈ ਇਹਨਾਂ ਨੇ ਦਰਖਾਸਤ ਦਿੱਤੀ ਡਿਪਟੀ ਡਾਇਰੈਕਟਰ ਦੇ ਨਨਕਾਣਾ ਵਾਲੇ ਦੇ। ਉਹ ਡਿਪਟੀ ਸਾਹਿਬ ਆਏ, ਡਿਪਟੀ ਸਾਹਿਬ ਨੇ ਇਹਨਾਂ ਕੋਲ ਆਏ, ਵੇਖੇ ਥੈਲੇ ਪਏ, ਇਹਨਾਂ ਕਹੀ ਸੈਂਪਲ ਲੈ ਲਓ, ਵੇਖ ਲਓ। ਉਹਨਾਂ ਕਿਹਾ ਤੁਹਾਡੇ ਕੋਲ ਸੈਂਪਲ ਨਹੀਂ ਮੈਂ ਲੈਣਾ, ਸੈਂਪਲ ਮੈਂ ਉਹਨਾਂ ਕੋਲ ਲੈਣਾ ਜਾ ਕੇ, ਇਹ ਪੁਲਿਸੀ ਦੇ ਖਿਲਾਫ ਆ, ਤੁਹਾਡੇ ਕੋਲ ਸੈਂਪਲ ਲਵਾਂ, ਤੁਸੀਂ ਆਪ ਭਰੀ ਹੋਣੀ ਹੈ। ਹਾਲਾਂਕਿ ਉਹ ਬਿੱਲ ਵੀ ਨਾਲ ਆ, ਬਕਾਇਦਾ ਵੀਡੀਓ ਵੀ ਬਣੀ ਹੈ ਜਦੋਂ ਚੁਕਾਈ ਆ। ਉਹ ਭਾਈ ਉੱਥੇ ਗਿਆ ਪੁੱਛੇ ਕਿ ਡੀਲਰ ਕੋ, ਉਹ ਜਾ ਕੇ ਤਸਵੀਰਾਂ ਭੇਜਦੀਆਂ ਵਕਾਰ ਨੂੰ ਕਿ ਆ ਮੈਂ ਜੀ ਇਹਨਾਂ ਦੇ ਰਿਟ ਕੀਤੀ ਆ, ਮੈਂ ਇਹਨਾਂ ਦੇ ਸੈਂਪਲ ਲੈ ਲਏ ਆ। ਤੇ ਉਹਨਾਂ ਨੇ ਜ਼ਾਹਰ ਹੈ ਦੁਕਾਨ ਦੇ ਉੱਪਰ 1 ਨੰਬਰ ਸ਼ਹਿਰ ਰੱਖੀ ਹੋਈ, ਉਹ ਸਿਰਫ ਗਿਆ ਹੀ ਇਸੇ ਵਾਸਤੇ ਕਿ 4 ਆਨੇ ਲੱਭ ਜਾਣ। ਲੱਗਦਾ ਬੁਰਾ ਤੇ ਲੱਗੀ ਜਾਵੇ ਭਾਈ, ਜਿਹੜਾ ਕੰਮ ਗਲਤ ਕਰੇਗਾ ਅਸੀਂ ਨਾ ਲਵਾਂਗੇ ਵਿੱਚ, ਵੀਡੀਓ ਦੇ ਵਿੱਚ ਹੀ ਨਾ ਲਵਾਂਗੇ। ਉਹਨੇ ਉਹਨਾਂ ਦੇ ਪਰਚਾ ਨਹੀਂ ਦਿੱਤਾ, ਉੱਥੋਂ ਸੈਂਪਲ ਲੈ ਕੇ ਤੇ ਆ ਗਿਆ। ਫਿਰ ਭਾਈ ਉਹ ਗਏ ਪੋਟਾਸ਼ ਵਾਲਿਆਂ ਦੇ ਆਫਿਸ ਦੇ ਵਿੱਚ, ਆਫਿਸ। ਉਹ ਯਾਰ ਸਾਡੇ ਗੱਲ ਕਰ ਲੈਂਦੇ, ਚਾਚੇ ਨੂੰ ਗੱਲ ਦੱਸਣ ਦੇ, ਚਾਚੇ ਨੇ ਚਾਹ ਪਿਆ ਲੈਂਦੇ ਆ। ਚਾਚਾ ਚਾਹ ਤਾਂ ਨੱਸਿਆ ਨਹੀਂ ਗਾ, ਅੱਜ ਚਾਚਾ ਸਾਨੂੰ ਪਿਆਉਣ ਆਇਆ, ਅਸੀਂ ਚਾਚੇ ਨੂੰ ਨਹੀਂ ਪਿਆਉਣੀ ਅੱਜ। ਚਾਚਾ ਸਪੈਸ਼ਲ ਇਸੇ ਕੰਮ ਆਇਆ ਆ। ਹਾਂ, ਹੁਣ ਚਾਚੇ ਨੂੰ WhatsApp ਕਰ ਦਿਆ ਕਰਨੇ ਆ, ਬਿਸਕੁਟ ਵੀ, ਚਾਹ ਵੀ। ਹਾਂ ਠੀਕ ਹੈ ਨਾ ਚਾਚਾ? ਨਹੀਂ ਚਾਚਾ ਜੀ ਪੁੱਛ ਰਹੇ ਨੇ ਦਫ਼ਤਰ 'ਚ ਚਾਹ ਮਿਲਦੀ ਪਈ, ਮੈਂ ਕਿਹਾ ਦੁੱਧ ਇੰਨਾ ਹੁੰਦਾ ਕਿ 2 ਦਿਨ ਬਾਅਦ ਲੱਸੀ ਬਣ ਜਾਂਦੀ ਦੁੱਧ ਦੀ। ਚੋਰੀ ਚਾਹ ਦੁੱਧ ਪਿਆ ਹੋਣਾ ਤੇਰੇ ਕੋਲ? ਨਹੀਂ ਪਿਆ, ਫੋਨ ਕਰ ਲੈਣੇ ਚਾਚਾ, ਟੈਨਸ਼ਨ ਨਹੀਂ ਲੈਣੀ। ਚਾਚਾ ਹੋਰ ਸੁਣਾ ਤੂੰ ਬਾਕੀ ਗੱਲਾਂ, ਛੱਡ ਇਹਨਾਂ ਨੂੰ ਰੱਬਰ ਰੋੜੇ। ਉਹ ਡਿਪਟੀ ਡਾਇਰੈਕਟਰ ਦੀ ਗੱਲ ਉਹ ਇਦਾਂ ਕਿ ਉਹਨੇ ਪਰਚਾ ਦਿੱਤਾ ਨਹੀਂ, ਉਹ ਵੀ ਮੈਂ ਸੈਂਪਲ ਲੈ ਕੇ ਆ ਗਿਆ ਜੀ ਉਹਨਾਂ ਦੀ ਕਰਾਉਣੀ। ਉਹ ਸੈਂਪਲ 1 ਨੰਬਰ ਸੀਗੇ, ਉਹਨਾਂ ਨੇ ਆਪਣਾ ਜੈਨੂਅਨ ਚੀਜ਼ ਕੱਢ ਕੇ ਰੱਖਤੀ। ਫਿਰ ਉਹਨਾਂ ਥੈਲੇ ਚੱਕ ਕੇ ਤੇ ਉਹ ਜਿਨ੍ਹਾਂ ਦੀ ਕੰਪਨੀ ਸੀਗੀ ਉਹਦੇ ਮੇਨ ਆਫਿਸ ਚਲੇ ਗਏ।
ਉਹਨੇ ਕਿਹਾ ਸਭ ਤੋਂ ਪਹਿਲੀ ਗੱਲ ਤੇ ਇਹ ਡੀਲਰ ਕੋਲ ਸਾਡੀ ਡੀਲਰਸ਼ਿਪ ਹੀ ਹੈ ਨਹੀਂ, ਬਗੈਰ ਡੀਲਰਸ਼ਿਪ ਤੋਂ ਖਾਦ ਵੇਚਣ ਡਏ ਉਹਨਾਂ ਦੀ, ਉਹ ਵੀ 2 ਨੰਬਰ। ਡਿਪਟੀ ਡਾਇਰੈਕਟਰ ਦਾ ਕੰਮ ਬਣਦਾ ਸੀ ਸਭ ਤੋਂ ਪਹਿਲੇ ਪੁੱਛਣ ਦਾ ਕਿ ਭਾਈ ਤੁਸੀਂ ਇਹ ਖਾਦ ਵੇਚਦੇ ਇਹਦੀ ਪਹਿਲੇ ਡੀਲਰਸ਼ਿਪ ਵਿਖਾਓ। ਉਹਨਾਂ ਕੋਲ ਡੀਲਰਸ਼ਿਪ ਨਹੀਂ ਹੈ, ਉੱਥੇ ਉਹਨਾਂ ਦਾ ਪਰਚਾ ਬਣਦਾ ਸੀ, ਉਹਨੇ ਨਹੀਂ ਦਿੱਤਾ। ਜੀ ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਮਾਸ਼ਾਅੱਲਾ ਪਾਕਿਸਤਾਨ 'ਚ ਕੀ ਚੱਲ ਰਿਹਾ, ਤੇ ਉਹਨਾਂ ਨੇ ਵੀ ਫਿਰ ਇਹੀ ਗੱਲ ਕਹੀ ਕਿ ਉਹਨਾਂ ਸਾਰੇ ਸਬੂਤ ਦਿੱਤੇ, ਨਾਲ ਵੀਡੀਓ ਬਣਾਈ ਆ। ਉਹ ਹੁਣ ਅਗਲੀ ਵੀਡੀਓ 'ਚ ਉਹਨੇ ਪਾਉਣਾ ਆ, ਉਹਨੇ ਹਟਣਾ ਨਹੀਂ ਹੁਣ, ਉਹਨੂੰ 10 ਮਿਲੀਅਨ ਬੰਦਾ ਵੇਖਦਾ ਆ। ਤੇ ਉੱਤੋਂ ਜ਼ਿਮੀਂਦਾਰਾਂ ਦੇ ਨਾਲ ਯਾਰ, ਜ਼ਿਮੀਂਦਾਰ ਦੇ ਵਿਚਾਰੇ ਦੇ ਲੱਖਾਂ ਰੁਪਈਆ ਲਾ ਕੇ ਕਰਨਾ ਤੇ ਮੁੜ ਕੇ ਘਾਟਾ, ਉਹਨਾਂ ਨੇ ਮੱਝਾਂ ਵੇਚ ਕੇ ਆਪਣੇ ਘਾਟੇ ਪੂਰੇ ਕੀਤੇ ਆ। ਤੇ ਮਾੜਾ ਬੰਦਾ ਕਿੱਧਰ ਨੂੰ ਜਾਊਗਾ? ਜੇ ਅਗਰ ਉਹਦੀ ਗੱਲ ਨਹੀਂ ਸੁਣ ਹੋਣੀ ਤੇ ਬਾਕੀ ਤੇਰੀ ਮੇਰੀ ਕਿੱਥੋਂ ਸੁਣ ਹੋਣੀ ਹੈ? ਠੀਕ ਆ, ਕੋਈ ਕਾਨੂੰਨ ਨਹੀਂ, ਕੋਈ ਕਾਨੂੰਨ ਨਹੀਂ। ਤੇ ਵੇਖੋ ਜੀ ਹੁਣ ਉਹ ਕੋਈ ਐਕਸ਼ਨ ਲੈਂਦੇ ਉੱਤੇ ਥੱਲੇ ਉੱਤੇ ਕੋਈ ਨਾ ਕੋਈ ਤੇ ਇੱਕ ਲੱਭ ਹੀ ਜਾਣਾ ਉਤਲਾ। ਉਮੀਦ ਹੈ ਚਾਚਾ ਜੀ ਲਊਗਾ ਜਿੱਤੇ ਐਕਸ਼ਨ। ਐਕਸ਼ਨ ਗਵਰਨਮੈਂਟ ਦਾ ਕੰਮ ਆ, ਗੌਰ ਕਰ ਲਵੇ ਤਾਂ ਫਿਰ ਕਿਹੜੀ ਗੱਲ ਹੈ। ਗਵਰਨਮੈਂਟ ਗੌਰ ਕਰੇ ਤੇ ਉਹਦੇ 1 ਮਿੰਟ ਦਾ ਕੰਮ ਆ, ਹਰਸ਼ਾ ਸੀਲ ਕਰਕੇ ਪਰੇ ਉਹਨਾਂ ਨੂੰ ਜੁਰਮਾਨਾ ਹੀ ਪਏ। ਇੱਕ ਮੇਰੇ ਕੋਲ ਜਮ੍ਹਾਂ ਕਰਾਉਣਾ, ਮੈਂ ਇਹ ਪੁੱਛਦਾ ਇਸ ਬਾਰੇ ਕੀ ਮਸਲਾ ਹੈ। इंशाल्लाह हो जाएगा, ਤੁਸੀਂ परेशान ना हो, इस मसले पे पूरा फोकस मेरा होएगा और इंशाल्लाह इंसाफ होएगा। पिंडर साहब ਦੇ ਨਾਲ ਜਿਹੜਾ ਵੀ ਉਹਨਾਂ 2 ਨੰਬਰੀ ਹੋਈ ਹੈ ਨਾ, ਮੈਂ इंशाल्लाह ਉਹਦੀ ਤਹਿ ਤੱਕ ਜਾਵਾਂਗਾ और मैं मिजली अल्लाह तक मेरी अप्रोच है कि मैं वो इंशाल्लाह ये तरफ दर तक पहुंचाऊंगा। ਜਿਹੜਾ ਤੇਰੇ ਕੋਲ ਨਿਕਲੀ ਨਹੀਂ। ਆਪਣਾ ਯੂਨੀਅਨ ਕੌਂਸਲ ਦਾ ਮਸਲਾ ਹੱਲ ਹੋ ਗਿਆ। ਕੱਲ ਸਵੇਰ ਦੇ ਇਹਨਾਂ ਕੋਲੋਂ ਆਪਣੀ ਵਰਦ ਨਹੀਂ ਨਿਕਲੀ। ਕਿਉਂ ਨਹੀਂ ਬਾਤ ਇਹ ਚਾਚਾ ਗਏ ਫਰਦ ਕਢਾ, ਉਹਨਾਂ ਕਿਹਾ ਵੀ ਜਾ origignal ਬੰਦਾ ਲੈ ਗਿਆ। ਇਹ ਤੇ 10000 ਰੁਪਏ ਇੱਥੇ ਰੱਖੋ, ਇਹ ਭਾਈ ਜੀ 10000 ਰੁਪਏ ਲੈ ਕੇ ਪਟਵਾਰੀ ਵਿੱਚ ਭੱਜੇ ਪਏ। ਇਹ ਵਪਾਰ ਪਿੰਡਾਂ ਦਾ ਮਸਲਾ ਹੱਲ ਕਰਾਉਣ ਪਰ ਪਿਆ। ਕੱਲ ਯੂਨੀਅਨ ਅਲਹਮਦੁਲਿਲਾ ਬਹੁਤ ਬੰਦੇ ਜਾਣਦੇ ਆ, ਲੇਕਿਨ ਕਢਾ ਸਕਦੇ ਸੀ ਹੁਣ ਉਹ ਬਿਲਕੁਲ ਕਾਨੂੰਨੀ ਤੌਰ ਤੇ ਚੱਲਣ ਡਿਆ, ਕਾਨੂੰਨੀ ਤੌਰ ਤੇ ਉਹਨੇ ਚੱਲਦੇ ਰਹਿਣਾ ਹੈ। ਉਹ ਕਹਿੰਦਾ ਮੈਂ ਨਹੀਂ ਹਟਣਾ ਜਿੰਨਾ ਚਿਰ ਇਨਸਾਫ ਨਾ ਲੱਭਿਆ। ਮੇਰਾ ਇੰਨੇ ਚਿਰ ਦਾ 8 ਸਾਲ ਦਾ ਚਾਚਾ ਤਲਕ ਸੀ ਉਹਨਾਂ ਦਾ। ਸਾਹ ਮਿਲ ਜਾਣਾ, ਉਹਦੀ ਅਪਰੋਚ ਉਹ ਸਭ ਤੋਂ ਪੱਤਰਕਾਰ ਦਾ ਬਣਾ ਗੱਲ ਇਹ ਕਿ ਜਿਹੜੇ ਸਰਕਾਰ ਬੰਦਾ ਪਿੰਡਰ ਨੂੰ ਕਹੀ ਭਾਈ ਤੂੰ ਭਾਈ ਆਪਣਾ ਵੀਰਾ ਹੈਗਾ, ਕੋਈ ਬੰਦੇ ਜਿਸ ਚੀਜ਼ ਜ਼ਰੂਰਤ ਹੋਵੇ ਭਾਈ ਅਸੀਂ ਹਾਜ਼ਰ ਉਹ ਖੁਦਾ ਦਾ ਨਾਮ ਮੈਨੂੰ ਵਿੱਚੋਂ ਕੱਟਣਾ ਪੈਣਾ, ਤੂੰ ਵਿੱਚ ਗਲਤ ਗੱਲ ਕਰਦੇ ਯਾਰ। ਉਹ ਇਦਾਂ ਦਾ ਬੰਦੇ ਭਾਈ ਅਸੀਂ ਹਾਜ਼ਰ ਫਰਜ਼ ਤਾਂ ਮੈਨੂੰ ਨਹੀਂ ਕਹਿਣਾ ਗਿਆ। ਆ ਸੀਸੀਟੀ ਨੇ ਸੁਣ ਲਈ ਨਾ, ਉਹਨੇ ਕਹਿਣਾ ਪਹਿਲੇ ਬੰਦੂਕਾਂ ਲਿਆਣਾ ਕਿੱਥੇ ਜਿਹੜੀਆਂ ਤੂੰ ਕਹਿਣ ਡਿਆ ਸੀ। ਭਾਈ ਆ ਭਾਈ ਜੋ ਚਾਹੀਦੇ ਵੈਸੇ ਹਾਜ਼ਰ ਅਜਾ ਭਾਈ ਤੇ ਬੰਦੇ ਕਹਿ ਰਹੇ ਨਾ ਕੀ ਚਾਹੀਦਾ, ਦਿਲੋਂ ਜਾਣ ਤੋਂ ਹਾਜ਼ਰ ਆ ਅਸੀਂ। ਮੇਰਾ ਬਲੌਗ ਕਈ ਐਸੇ ਦੋਸਤ ਨੇ ਵੀ ਵੇਖਣਾ ਜਿੰਨੇ ਕਹਿਣਾ ਤੈਨੂੰ ਵੀਡੀਓ ਨਹੀਂ ਬਣਾਉਣੀ ਚਾਹੀਦੀ, ਲੇਕਿਨ ਹੱਕ ਦੇ ਨਾਲ ਖੜਾ ਹੋਣਾ ਚਾਹੀਦਾ। ਜਿੱਥੇ ਤੱਕ ਤੁਹਾਡੇ ਕੋਲ ਹੈ ਨਾਲ ਸਾਥ ਦਿਓ, ਵੀਡੀਓ ਪਾਓ। ਅਸੀਂ ਇਹ ਟਿਕਟੋਕ ਤੇ ਵੀ ਪਾਵਾਂਗੇ ਇਨਸ਼ਾਅੱਲਾ। ਤੇ ਚਾਚੇ ਉਹਨਾਂ ਨੂੰ ਹੁਣ ਚਾਹ ਸ਼ਾਇਦ ਪਿਆ ਲਈਏ ਤੇ ਉਹ ਆਪ ਵੀ ਨਾਲ ਲੱਗਦੇ ਹੱਥ ਪੀ ਲਈਏ ਕਿ ਨਹੀਂ। ਖਾਲਾ ਸਾਹਿਬ ਚਾਚਾ ਬੜੀ ਦੇਰ ਬਾਅਦ ਆਇਆ ਤੇ ਬਾਕੀ ਚਾਚੇ ਨੇ ਸ਼ਾਪਿੰਗ ਵੀ ਕਰਨੀ। ਅਕਸਰ ਚਾਚਾ ਜਦੋਂ ਸ਼ਾਪਿੰਗ ਕਰਨਾ ਹੁੰਦਾ ਨਾ ਉਦੋਂ ਉਸਦਾ ਚੱਕਰ ਲੱਗਦਾ। ਚਾਚਾ ਝੂਠਦੇ ਨਹੀਂ ਕਰੀਮਾ ਚਾਚਾ ਕੁਝ ਇਹਨੂੰ ਨਾਲ ਆ ਜਾਂਦਾ, ਵੇਖੋ ਗੱਲਾਂ ਕਰਦਾ ਰਾਹ ਵੀ ਨਹੀਂ ਨਹੀਂ ਪੈਨ ਲੈ ਆਈਏ, ਉੱਥੋਂ ਮਿਲਣਾ ਜਿੱਥੇ ਜਾਣਾ। ਚਲੋ ਜੀ ਆਪਣਾ ਹੁਣ ਇਹ ਤੇ ਹੁਣ ਵੀਡੀਓ ਲੰਮੀ ਵੀ ਹੋ ਜਾਣੀ ਹੈ ਤੇ ਮਿਲਦੇ ਆ ਤੁਹਾਨੂੰ ਬਾਅਦ ਚ, ਠੀਕ ਹੈ। ਇਹ ਗੱਲ ਤੇ ਗੌਰ ਰੱਖਣੀ, ਸਿਮ ਤੇ ਮੈਸੇਜ ਆਵੇ ਤੇ ਉਹਨੂੰ ਇਗਨੋਰ ਕਰਨਾ, ਕੋਈ ਟੈਨਸ਼ਨ ਨਹੀਂ ਲੈਣੀ, ਠੀਕ ਹੈ। ਮੈਂ ਤੁਹਾਨੂੰ ਅੱਗੇ ਦੱਸ ਰਿਹਾ ਸੀਗਾ ਕਿ ਮੈਸੇਜ ਆਉਂਦਾ ਤੇ ਹੁਣ ਜਿੱਦਾਂ ਕਿ ਤੁਸੀਂ ਵੈਰੀਫਿਕੇਸ਼ਨ ਮੈਸੇਜ ਫੇਰ ਦੁਬਾਰਾ ਆਇਆ। ਵੈਸੇ ਵੇਖੋ ਨਾ ਮੈਸੇਜ ਉਹਨਾਂ ਨੇ ਫੇਰ ਭੇਜਦਾ। ਇਹਦਾ ਮਤਲਬ ਹੈ ਕਿ ਇਸ ਟਾਈਮ ਨਾ ਫੁੱਲ ਮਗਰ ਚੜੇ ਆ ਕਿ ਕਿਸੇ ਤਰੀਕੇ ਨਾਲ ਹੀ ਸਾਨੂੰ ਆਹ ਵੇਖੋ ਕਿਸੇ ਤਰੀਕੇ ਦੇ ਨਾਲ ਨਾ ਸਾਨੂੰ ਕੋਡ ਮਿਲ ਜਾਏ। ਇਹ ਦੇਖੋ ਦੂਜਾ ਮੈਸੇਜ ਆ ਗਿਆ ਤੇ ਹੁਣ ਕਾਲ ਵੀ ਆ ਗਈ। ਜਿੱਦਾਂ ਬੰਦਾ ਕਾਲ ਸਿਲੈਕਟ ਕਰ ਲੈਂਦਾ ਵੀ ਕਾਲ ਦੇ ਥਰੂ ਤੁਹਾਨੂੰ ਵੈਰੀਫਿਕੇਸ਼ਨ ਕੋਡ ਦੱਸਿਆ ਜਾਏ। ਤੇ ਇਹ ਆ ਉੱਪਰ ਟਿਕਟੌਕ ਲਿਖਿਆ, ਠੀਕ ਹੈ। ਇਹ ਤੁਹਾਨੂੰ ਨਜ਼ਰ ਆ ਰਿਹਾ ਨਾ ਟਿਕਟੌਕ, ਇਹ 2 ਵੈਰੀਫਿਕੇਸ਼ਨ ਕੋਡ ਆ ਗਏ ਨੇ ਤੇ ਨਾਲ ਹੁਣ ਕਾਲ ਤੇ ਵੀ ਕੋਡ ਦੇ ਦਿੱਤਾ ਤੇ ਉਹ ਥੱਲੇ ਰਿਪਲਾਈ ਮੰਗਣ ਡਏ ਨੇ। ਇਹ ਲਰਨ ਮੋਲ ਤੇ ਕਲਿੱਕ ਕਰਨਾ ਨਾ ਤੇ ਤੁਹਾਡਾ ਕੋਡ ਚੱਲ ਜਾਣਾ, ਅੱਛਾ ਠੀਕ ਆ। ਇਹ ਨੀਚੇ ਜਿਹੜਾ ਆ ਗਿਆ ਨੇ ਤੇ ਰੱਬੀ ਵੀ ਹੱਥ ਲੱਗ ਗਿਆ ਨਾ ਤੁਹਾਡਾ ਲਰਨ ਮੋਰ, ਤੇ ਸਮਝ ਲਓ ਤੁਹਾਡਾ ਕੋਡ ਉਹਨਾਂ ਦੇ ਕੋਲ ਚਲਾ ਗਿਆ ਤੇ ਇਹਨੂੰ ਦਸਤੀ ਬਲੌਕ ਕਰਨਾ ਬਣਦਾ ਤੁਹਾਡਾ। ਇਹ ਜਿਹੜੀ ਚੀਜ਼ ਨਾ ਇਨਬਾਕਸ ਹੁੰਦਾ ਨਾ ਤੁਹਾਡਾ, ਇਹ ਇਨਬਾਕਸ ਨਹੀਂ ਆ ਰਿਹਾ, ਇਹ ਜਸਟ ਲਰਨ ਮੋਰ ਤੇ ਤੁਸੀਂ ਕਲਿੱਕ ਕਰਨਾ ਆ ਤੇ ਉਹਨਾਂ ਨੂੰ ਕੋਡ ਆਟੋਮੈਟਿਕ ਚੱਲ ਜਾਣਾ। ਇੱਥੇ ਤੱਕ ਫਰਾਡੀਆ ਪਾਕਿਸਤਾਨ ਦੇ ਵਿੱਚ ਇੱਥੇ ਤੱਕ ਫਰਾਡੀਆ ਪਹੁੰਚ ਗਏ ਨੇ, ਇਹਨਾਂ ਨੂੰ ਕੋਈ ਫੜਨ ਵਾਲਾ ਨਹੀਂ ਹੈਗਾ। ਅਗਲੇ ਕੋਲ ਚੈੱਕ ਨੰਬਰ ਚੈੱਕ ਮੰਗੀਆਂ ਤੇ ਚੈੱਕ ਦੀ ਤਸਵੀਰ ਠੱਕ ਕਰਕੇ ਭੇਜਦੇ ਵੀ ਲਓ ਅਸੀਂ ਭੇਜ, ਤੁਸੀਂ ਕਰ ਲਓ ਜੋ ਕਰਨਾ। ਬੈਂਕ ਅਕਾਊਂਟ ਦਾ ਚੈੱਕ ਕੋਈ ਐਵੇਂ ਨਹੀਂ ਬੰਦਾ ਕਿਸੇ ਨੂੰ ਦੇ ਸਕਦਾ, ਠੀਕ ਹੈ। ਇਹਨੂੰ ਹੁਣ ਕਰਦੇ ਹਾਂ ਅਸੀਂ ਇੱਥੋਂ ਬਲੌਕ,
ਇਹ ਵੇਖੋ ਇਹ ਆ ਗਿਆ ਬਲੌਕ 3 ਡਾਟ ਤੇ ਕਲਿੱਕ ਕਰਕੇ ਇਹਨੂੰ ਇੱਥੇ ਬਲੌਕ ਕਰ ਦੇਣਾ। ਇਹ ਯੈਸ ਇਹਨੂੰ ਇੱਥੇ ਬਲੌਕ ਕਰੋ ਤਾਂ ਕਿ ਇਹਦੇ ਮੈਸੇਜ ਆਉਣੋਂ ਹਟਣ। ਇਹਦਾ ਵਸਾ ਨਹੀਂ ਖਾਣਾ ਤੁਸੀਂ ਮਿੱਤਰੋ, ਬੇਲੀਓ, ਸੱਜਣੋ। ਇਹ ਸਭ ਤੋਂ ਵੱਡਾ ਫਰਾਡ ਇਸ ਟਾਈਮ ਚੱਲ ਰਿਹਾ, ਲੋਕ ਡਰ ਕੇ ਦੇ ਦਿੰਦੇ ਨੇ। ਇਹਨੂੰ ਸਿਰਫ ਤੁਸੀਂ ਕਲਿੱਕ, ਅੱਗੇ ਤਾਂ ਦੱਸਿਆ ਤੁਸੀਂ ਥੱਲੇ ਮੈਸੇਜ ਟੈਪ ਕਰਨਾ ਤੇ ਫਿਰ ਮੈਸੇਜ ਆਣਾ। ਇਹਨੂੰ ਟੈਪ ਕਰਨ ਦੀ ਜ਼ਰੂਰਤ ਨਹੀਂ। ਥੋੜਾ ਤੁਹਾਡੀ ਅਚਾਨਕ ਵੀ ਉਂਗਲੀ ਲੱਗ ਗਈ ਨਾ ਤੇ ਤੁਹਾਡਾ ਕੋਡ ਗਿਆ, ਤੁਹਾਡਾ ਅਕਾਊਂਟ, ਤੁਹਾਡਾ ਬੈਂਕ ਅਕਾਊਂਟ, ਤੁਹਾਡਾ ਕੋਈ ਹੋਰ ਅਕਾਊਂਟ ਜਿਹ 'ਚ 4 ਆਨੇ ਵੀ ਹੋਣ ਉਹ ਵੀ ਤੁਹਾਡਾ ਜਾਂਦਾ ਲੱਗਣਾ ਨਾਲ ਹੀ ਹੈਕ। ਇਹ ਤਰੀਕੇ ਨੇ। ਅਦਰਵਾਈਜ਼ ਜਿੰਨਾ ਮਰਜ਼ੀ ਟੇਲਣ ਕਿਸੇ ਦੇ ਅਕਾਊਂਟ ਨੂੰ ਛੇਤੀ ਕੋਈ ਬੰਦਾ ਹੈਕ ਨਹੀਂ ਕਰ ਸਕਦਾ। ਤੇ ਤੁਸੀਂ ਇਸ ਕੰਮ ਤੋਂ ਬਚਣਾ ਮੇਰੇ ਭਰਾਓ, ਠੀਕ ਆ। ਦੱਸਣ ਦਾ ਮਕਸਦ ਆ ਕਿ ਇਹਨੂੰ ਇਦਾਂ ਵੇਖਣਾ ਕਿ ਜਿੱਦਾਂ ਛੱਡ ਗੱਲਾਂ ਦਿਓ, ਬਿਲਕੁਲ ਇਹਤਿਆਤ ਦੇ ਨਾਲ ਇਹਨੂੰ ਬਲੌਕ ਕਰਨਾ। ਨੀਚੇ ਮਾੜੀ ਜਿਹੀ ਉਂਗਲੀ ਲੱਗੀ ਜੀ ਤੇ ਕੋਡ ਗਿਆ ਨਹੀਂ। ਯਾਨੀ ਕਿ ਇਹਨੂੰ ਹੱਥ ਲਾਉਣਾ ਹੈ ਜੀ, ਜਿਵੇਂ ਸੂਰ ਨੂੰ ਹੱਥ ਲਾਉਣਾ। ਹਾਂਜੀ ਬਿਲਕੁਲ ਇਦਾਂ ਹੀ ਆ ਚਾਚਾ, ਇਹਨੂੰ ਹੱਥ ਲਾਉਣਾ ਤੇ ਉਹੀ ਗੱਲ ਆ। ਵੇਖੇ ਨਾ ਹੁਣ ਨੀਚੇ ਆਪਣਾ ਮੈਸੇਜ ਖੋਲਦੇ ਆ, ਮੈਸੇਜ ਥੱਲੇ ਚੈਟਿੰਗ ਲਿਖੀ ਹੁੰਦੀ ਆ, ਇਹਦੇ ਵਿੱਚ ਉਹ ਲਿਖੀ ਨਹੀਂ ਆ ਰਹੀ। ਜਸਟ ਤੁਸੀਂ ਇਦਾਂ ਕਿਤੇ ਤੁਹਾਡਾ ਉਂਗਲ ਲੱਗ ਗਈ ਅਚਾਨਕ, ਤੁਹਾਡਾ ਕੋਡ ਗਿਆ। ਇਸ ਕਰਕੇ ਇਦਾਂ ਅਗਰ ਟਿਕਟੋਕ ਦਾ ਜਾਂ ਬੈਂਕ ਦੀ ਤਰਫੋਂ ਮੈਸੇਜ ਆਵੇ, ਕੋਈ ਵੀ ਆ, ਲਰਨ ਮੋਰ ਹਜੇ ਵੀ ਆ ਰਿਹਾ। ਲਰਨ ਮੋਰ ਆ ਰਿਹਾ, ਤੁਸੀਂ ਉਤੋਂ ਡਿਲੀਟ ਕਰ ਦਿਓ ਨਾ ਇਹਨੂੰ। ਨਾ ਕਲੋਜ਼ ਹੋ ਨਹੀਂ ਤੇ ਸਿੱਖ ਲਓ ਥੋੜਾ। ਇਹ ਲਰਨ ਮੋਰ ਆ ਰਿਹਾ ਨਾ ਹਾਲੇ ਵੀ। ਇੱਥੇ ਨੀਚੇ ਚੈਟਿੰਗ ਦਾ ਆਪਸ਼ਨ ਨਹੀਂ ਹੈ ਕਿ ਬੰਦਾ ਕੋਈ ਮੈਸੇਜ ਵਾਪਸ ਰਿਪਲਾਈ ਕਰੇ। ਸਿਰਫ ਤੁਸੀਂ ਕਲਿੱਕ, ਇੱਥੇ ਤੁਹਾਡੀ ਉਂਗਲੀ ਲੱਗੀ ਨਹੀਂ ਤੇ ਤੁਹਾਡਾ ਗਿਆ ਨਹੀਂ। ਇਹਨੂੰ ਇਸ ਤੋਂ ਬੈਕ ਕਰਕੇ ਨਾ ਆ ਵੇਖੋ, ਇੱਥੋਂ ਹੁਣ ਉੱਤੋਂ ਖਤਮ ਹੋ ਗਿਆ, ਠੀਕ ਹੈ। ਇਹ ਉੱਪਰੋਂ ਖਤਮ ਹੋ ਗਿਆ, ਥੱਲੇ ਮੈਸੇਜ ਪਤਾ ਨਹੀਂ ਕਿਹਦੇ ਆਏ ਨੇ। ਤੇ ਬਰਾਏ ਮਿਹਰਬਾਨੀ ਇਸ ਕੰਮ ਤੋਂ ਬਚੋ, ਠੀਕ ਹੈ। ਜਿੰਨਾ ਬਚ ਸਕਦੇ ਆ ਬਚੋ। ਉਹ ਜਿਸ ਤਰ੍ਹਾਂ ਇਹਦੇ ਚਾਚੇ ਨੂੰ ਮਸ਼ਵਰੇ ਦੇਣੇ ਨੇ ਪੁੱਠੇ ਪੁੱਠੇ, ਤੇ ਹੁਣ ਉਹ ਮਸਾ ਸ਼ਹਿਰ ਆਏ ਤੇ ਉਹਨੂੰ ਫਿਰ ਪਿੰਡ ਭੇਜਣ ਡਿਆ। ਇਹਦੀ ਉਸ ਗੱਲ ਦੇ ਜ਼ਿੰਮੇ 'ਚ ਮੈਨੂੰ ਗੱਲ ਯਾਦ ਆਈ ਕਿ ਉਹ ਇੱਕ ਬਾਦਸ਼ਾਹ ਸੀ ਤੇ ਉਹਦੀ ਉਂਗਲੀ ਜਿਹੜੀ ਹੈ ਨਾ, ਉਂਗਲੀ ਤੇ ਕੋਈ ਸੱਟ ਲੱਗ ਗਈ ਤੇ ਉਹ ਉਹਦੇ ਵਿੱਚ ਦਰਦ ਰਹਿਣੀ ਸ਼ੁਰੂ ਹੋ ਗਈ। ਦਰਦ ਨਾ ਉਹਦੀ ਠੀਕ ਹੋਣੀ। ਉਹਨੇ ਬੜਿਆਂ ਹਕੀਮਾਂ ਨੂੰ, ਤਬੀਬਾਂ ਨੂੰ ਵਿਖਾਇਆ, ਕਿਸੇ ਪਾਸੇ ਉਹਨੂੰ ਜਿਹੜਾ ਨਾ ਸ਼ਿਫਾ ਨਾ ਮਿਲੀ। ਤਾਂ ਇੱਕ ਬੰਦੇ ਕੋ, ਅੱਲਾ ਵਾਲੇ ਬੰਦੇ ਕੋ ਗਿਆ, ਉਹਨੇ ਕਿਹਾ ਜੀ ਤੁਸੀਂ ਨਾ ਹੰਸ ਦਾ ਗੋਸ਼ਤ ਖਾਓ, ਹੰਸ ਦਾ ਗੋਸ਼ਤ ਖਾਓਗੇ ਨਾ ਤੇ ਤੁਹਾਡੀ ਇਹ ਦਰਦ ਠੀਕ ਹੋ ਜਾਏਗੀ। ਉਹਨੇ ਕਿਹਾ ਜੇ ਨਾ ਠੀਕ ਹੋਈ ਤੇ ਮੈਂ ਤੇਰਾ ਸਿਰ ਕਲਮ ਕਰ ਦੇਣਾ। ਉਹਨੇ ਪੈਸੇ ਵੀ ਬੜੇ ਉਹਦੇ ਕੋਲ ਬਾਦਸ਼ਾਹ ਕੋ ਮੰਗੇ। ਉਹਨੇ ਕਿਹਾ ਜੀ ਇਹ ਮੇਰੀ ਗਰੰਟੀ, ਤੁਸੀਂ ਹੰਸ ਦਾ ਗੋਸ਼ਤ ਖਾਓ। ਉਹਨੇ ਹੁਣ ਵੇਖਿਆ ਵੀ ਹੰਸ ਕਿਸ ਤਰ੍ਹਾਂ ਲੱਭੇ। ਹੰਸ ਤਾਂ ਬੜਾ ਨਾਯਾਬ ਪਰਿੰਦਾ ਹੈ। ਉਹਦੇ ਵਜ਼ੀਰ ਨੇ ਜਿਹੜਾ ਨਾ ਉਹਨੂੰ ਮਸ਼ਵਰਾ ਦਿੱਤਾ। ਉਹਨੇ ਕਿਹਾ ਜੀ ਬਾਦਸ਼ਾਹ ਸਾਹਿਬ, ਹੰਸ ਜਿਹੜਾ ਹੈ ਨਾ ਉਹਦੀ ਚੋਗ ਹੈ ਮੋਤੀ। ਹੰਸ ਮੋਤੀ ਚੁਗਦਾ ਹੈ, ਹੀਰੇ ਜਵਾਹਰਾਤ ਮੋਤੀ ਜਿਹੜਾ ਨਾਯਾਬ ਕਿਸਮ ਦੇ ਉਹ ਖਾਂਦਾ ਹੈ। ਹਾਂਜੀ ਹੰਸ ਜਿਹੜਾ। ਉਹਨੇ ਵਜ਼ੀਰ ਨੇ ਕਿਹਾ ਬਾਦਸ਼ਾਹ ਸਲਾਮਤ, ਇੱਥੇ ਸਾਨੂੰ ਇੱਥੋਂ ਪਰਿੰਦੇ ਲੰਘਦੇ ਨੇ, ਇੱਥੇ ਥੱਲੇ ਇੱਕ ਸਾਨੂੰ ਤਲਾਬ ਬਣਾਉਣਾ ਪੈਣਾ ਹੈ ਬੜਾ ਆਲੀ ਕਿਸਮ ਦਾ। ਉਹਦੇ ਵਿੱਚ ਹੀਰੇ ਜਵਾਹਰਾਤ ਨਾਗ ਮੋਤੀ ਸੁੱਟਣੇ ਪੈਣੇ ਤੇ ਫਿਰ ਹੰਸ ਫੜਿਆ ਜਾ ਸਕਦਾ। ਉਹ ਜਨਾਬ ਜਿਹੜਾ ਉਹ ਮੈਂ ਸੀ, ਆਹੋ ਵਜ਼ੀਰ ਤੇ ਨਹੀਂ ਵਜ਼ੀਰ ਨੇ ਉਹ ਆਪਣਾ ਤੇਰੇ ਵਰਗਾ ਨਹੀਂ ਕਿ ਤੇਰਾ ਜਿੱਥੇ ਰੋਲ ਲਾਉਣਾ ਉਹ ਮੈਂ ਤੈਨੂੰ ਦੱਸਾਂਗਾ। ਉਹ ਨਾ ਆਪਣਾ ਮਨਾਜ਼ਰ ਸਾਹਿਬ ਉਹ ਕੰਮ ਸ਼ੁਰੂ ਹੋ ਗਿਆ ਜਨਾਬ। ਵਜ਼ੀਰ ਨੇ ਤਲਾਬ ਬਣਵਾਉਣਾ ਸ਼ੁਰੂ ਕਰਤਾ। ਤਲਾਬ ਬਣ ਗਿਆ ਬੜਾ ਆਲੀਸ਼ਾਨ, ਉਹਦੇ ਵਿੱਚ ਬੜਾ ਸਾਫ਼ ਸ਼ਫਾਫ ਪਾਣੀ ਸੁੱਟਿਆ, ਵਿੱਚ ਹੀਰੇ ਜਵਾਹਰਾਤ ਸੁੱਟੇ। ਉਹ ਹੁਣ ਪਰਿੰਦਿਆਂ ਦੀ ਜਿਹੜੀ ਡਾਰ ਰੋਜ਼ ਸ਼ਾਮ ਨੂੰ ਲੰਘਦੀ ਸੀ ਨਾ, ਉਹ ਪਰਿੰਦਿਆਂ ਦੇ ਵਿੱਚੋਂ ਜਦੋਂ ਡਾਰ ਲੰਘੀ ਤੇ ਉਹ ਹੁਣ ਹੰਸ ਦੀ ਜਿਹੜੀ ਹੈ ਨਾ, ਹੰਸ ਇੱਕ ਬੜਾ ਨਿਯਾਬ ਪਰਿੰਦਾ ਹੈ। ਐਵੇਂ ਤਾਂ ਨਹੀਂ ਕਹਿੰਦੇ ਹੰਸਾਂ ਦੀ ਜੋੜੀ ਨਹੀਂ। ਹਾਂਜੀ ਇਹਦੀ ਯਾਰੀ ਵੀ ਉਹ ਮਤਲਬ ਉਹ ਜਿਹਾ ਸ਼ਹੀਨ ਨਾਲ, ਅਕਾਬ ਨਾਲ, ਇਸ ਤਰ੍ਹਾਂ ਦੇ ਜਿਹੜੇ ਪਰਿੰਦੇ ਨੇ ਉਹਨਾਂ ਦੇ ਨਾਲ ਯਾਰੀ ਸੀ। ਉਹ ਹੁਣ ਨਾ ਜਿਸ ਵੇਲੇ ਡਾਰ ਲੰਘੀ, ਹੰਸ, ਅਕਾਬ, ਹੋਰ ਵੀ ਪਰਿੰਦੇ, ਉਹਨਾਂ ਵੇਖਿਆ। ਹੰਸ ਨੇ ਕਿਹਾ ਯਾਰ ਨੀਚੇ ਹੀਰੇ ਜਵਾਹਰਾਤ ਨਜ਼ਰ ਆਏ ਨੇ, ਚੱਲੀਏ। ਵਿੱਚੋਂ ਅਕਾਬ ਬੋਲਿਆ, ਉਹਨੇ ਕਿਹਾ ਹੰਸ ਰੋਜ਼ ਲੰਘੀਦਾ ਇੱਥੋਂ, ਇਹ ਹੁਣ ਹੀ ਭੈਣ ਜੋ ਤਲਾਬ ਬਣਿਆ ਇੱਥੇ ਆ ਕੇ, ਪਹਿਲਾਂ ਕਦੀ ਤਲਾਬ ਨਹੀਂ ਸੀ ਬਣਿਆ। ਇਹ ਕੋਈ ਦਾਲ 'ਚ ਕਾਲਾ ਹੈ, ਲਿਹਾਜ਼ਾ ਇੱਥੇ ਨਹੀਂ ਰੁਕਣਾ, ਚੱਲੀਏ, ਇਹ ਕੋਈ ਸਾਜ਼ਿਸ਼ ਹੈ। ਉਹ ਜਨਾਬ ਲੈ ਗਏ। ਜਿਸੇ ਚਲੇ ਗਏ, ਉਹ ਹੁਣ ਨਾ ਕੋਈ ਉਹਨਾਂ ਦੀ ਆਪਸ 'ਚ ਅਣਬਣ ਹੋਈ, ਹੰਸ ਦੀ ਤੇ ਅਕਾਬ ਦੀ, ਇਹ ਉਹ ਕਰਦੇ ਆ। ਉਹਨੇ ਨਾ ਯਾਰੀ ਟੁੱਟ ਗਈ। ਉਹ ਹੁਣ ਹੰਸ ਜਿਹੜਾ ਸੀ ਨਾ ਆ ਗਿਆ ਲਾਲੀਆਂ 'ਚ, ਕਾਵਾਂ 'ਚ, ਕਿਸਮਤ ਮਾੜੀ। ਹੁਣ ਉੱਥੋਂ ਦੀ ਫਿਰ ਡਾਰ ਲੰਘਣ ਡਈ। ਹੰਸ ਨੇ ਕਿਹਾ ਯਾਰ ਨੀਚੇ ਤਲਾਬ ਬਣਿਆ ਹੈ,
ਵਿੱਚ ਹੀਰੇ ਜਵਾਹਰਾਤ ਨਜ਼ਰ ਆ ਰਹੇ ਨੇ। ਕਹਾਂ ਨੇ ਲਾਲੀ ਨੇ ਕਿਹਾ ਚਲੋ ਚਲੀਏ ਚੱਲ ਕੇ ਆਪਣਾ ਨਜ਼ਾਰਾ ਕਰਨੇ ਆ। ਉਹ ਭਾਈ ਉਹ ਆ ਗਏ, ਜਿਸਲੇ ਆਏ ਤੇ ਉਹ ਉਹਨੇ ਝਾੜ ਲਾਇਆ ਸੀ ਉਹ ਜਨਾਬ, ਔਰ ਸਾਰੇ ਉਹਨਾਂ ਨੇ ਝਾੜ ਦੇ ਵਿੱਚ, ਉਹ ਜਿਸੇ ਜਾਲ ਦੇ ਵਿੱਚ ਆ ਗਏ ਉਹਨਾਂ ਨੇ ਕਾਂ ਨੂੰ ਲਾਲੀਆਂ ਨੂੰ ਛੱਡਤਾ, ਹੰਸ ਫੜ ਲਿਆ। ਜਿਸਲੇ ਲੈ ਕੇ ਆ ਗਏ ਬਾਦਸ਼ਾਹ ਕੋਲ, ਬਾਦਸ਼ਾਹ ਨੇ ਕਿਹਾ ਤਕਬੀਰ ਫੇਰਨ ਲੱਗੇ। ਉਹਨੇ ਕਿਹਾ ਬਾਦਸ਼ਾਹ ਸਲਾਮ ਮੇਰੀ ਇੱਕ ਗੱਲ ਸੁਣ ਲਓ, ਤਕਬੀਰ ਫੇਰ ਲਿਓ ਮੈਨੂੰ ਬਾਅਦ, ਲੇਕਿਨ ਮੈਂ ਪਹਿਲਾਂ ਇੱਕ ਤੁਹਾਨੂੰ ਨਸੀਹਤ ਕਰਨਾ ਚਾਹੁੰਦਾ। ਉਹਨੇ ਕਿਹਾ ਕਿ ਦੱਸੋ। ਉਹਨੇ ਕਿਹਾ ਜਿੰਨੀ ਦੇਰ ਤੱਕ ਮੇਰੀ ਯਾਰੀ ਸੀ ਨਾ ਅਕਾਬਾਂ ਨਾਲ, ਸ਼ਹੀਨਾਂ ਨਾਲ, ਉਨੀ ਦੇਰ ਤੱਕ ਨਹੀਂ ਮੈਂ ਮਰਿਆ। ਜਦੋਂ ਮੈਂ ਯਾਰੀ ਲਾਈ ਨਾ ਲਾਲੀਆਂ ਨੇ ਕਾਵਾਂ ਨਾਲ, ਉਦੋਂ ਮੈਂ ਮਰਿਆ। ਤੇ ਲਿਹਾਜ਼ਾ ਯਾਰੀ ਤੇ ਉਹਨੇ ਕਿਹਾ ਵੀ ਮੈਂ ਤੁਹਾਨੂੰ ਇਹ ਨਸੀਹਤ ਕਰਾਂਗਾ, ਕਦੀ ਵੀ ਆਪਣੇ ਤੋਂ ਥੱਲੜੇ ਬੰਦੇ ਨੂੰ ਯਾਰੀ ਨਾ ਲਾਣਾ। ਇਹ ਤੁਹਾਨੂੰ ਉਸ ਤਲਾਬ 'ਚ ਘੱਲਣ ਡਿਆ ਫੇਰ। ਚਾਚੇ ਨੇ ਰਹਿਣਾ ਪਿੰਡ ਹੀ ਆ, ਜੋ ਮਰਜ਼ੀ ਤੁਸੀਂ ਚਾਚਾ ਵੇਖ ਲਾ, ਉਹ ਕਹਿੰਦਾ ਰਹਿਣਾ ਇਹਨਾਂ ਪਿੰਡ ਹੀ ਹੈ। ਇਹਨੇ ਜਿਹੜਾ ਪਿੰਡ ਨਾਲ ਦੀ ਜ਼ਿੰਦਗੀ ਕੋਈ ਨਹੀਂ ਸ਼ਹਿਰ ਦੀ ਗੱਲ। ਯਾਰੀ ਜਿਹੜੀ ਆਪਣੀ ਨਾ ਮਨਾਜ਼ਰ ਨਾਲ ਭਾਰ ਨਾ ਰੱਖੋ। ਇਹ ਬੰਦਾ ਜਿਹੜਾ ਨਾ ਮਸਲੇ ਨਹੀਂ ਠੀਕ ਇਹਦੇ। ਹਾਂਜੀ ਮੇਰੀ ਜਾਨ ਦੇ ਟੁੱਟਿਆ ਕੀ ਹਾਲ ਹੈ? ਠੀਕ ਹੋ? ਉਮੀਦ ਕਰਦੇ ਹਾਂ ਵਲੋਗ ਚੰਗਾ ਲੱਗਾ ਹੈਗਾ। ਅਸੀਂ ਭਾਈ ਜਾਨ ਉੱਥੋਂ ਭੋਰਾ ਕੇ ਵਿਹਲਾ ਹੋਇਆ ਮੈਂ, ਸਾਨੂੰ ਆ ਗਿਆ ਇੱਕ ਗੌਰਮੈਂਟ ਵੱਲੋਂ ਫੋਨ ਕਾਲ ਆ ਗਈ ਗੌਰਮੈਂਟ ਫੋਨ ਆ ਗਿਆ ਕਿ ਭਾਈ ਘਰ ਦਾ ਸਮਾਨ ਨਹੀਂ ਹੈ, ਉਹ ਵੀ ਲੈ ਕੇ ਆਉਣਾ। ਮੈਂ ਕਿਹਾ ਠੀਕ ਹੈ ਸਰ। ਤਾਬਿਆਦਾਰ ਨੌਕਰ ਕੀ ਤੇ ਨਖਰਾ ਕੀ, ਪਿੱਛੇ ਬੰਨਿਆ ਬੋਰਾ ਚੈੱਕ ਕਰੋ। ਹਾਂ ਇਹ ਜੀ ਇਹ ਰਾਸ਼ਨ ਆ ਗਿਆ, ਤੇ ਰਾਸ਼ਨ ਆਉਣ ਤੋਂ ਬਾਅਦ ਸਾਰਾ ਸਮਾਨ ਲਿਆ, ਸਾਰਾ ਸਮਾਨ ਲੈ ਕੇ ਤੇ ਪਿੱਛੇ ਬੰਨ ਕੇ ਬੈਠੇ ਆ ਕੇ ਖਲੋ ਕੇ ਆਪਣੇ ਵਲੋਗ ਐਂਡ ਕਰਨ ਵਾਲੀ ਜਗ੍ਹਾ ਤੇ ਉੱਥੇ ਅਸੀਂ ਪਹੁੰਚ ਗਏ ਹਾਂ। ਤੇ ਜਨਾਬ ਸਭ ਤੋਂ ਵੱਡੀ ਗੱਲ, ਵਲੋਗ ਤੁਹਾਨੂੰ ਚੰਗਾ ਲੱਗਾ ਹੈਗਾ। ਇੱਕ ਵਿੱਚ ਇਹਦੀ ਇਹ ਚੀਜ਼ ਸੀਗੀ ਕਿ ਤੁਸੀਂ ਨਾ ਆਪਣੇ ਮੈਸੇਜ ਜਿਹੜੇ ਤੁਹਾਨੂੰ ਸਿਮ ਦੇ ਉੱਪਰ ਮੈਸੇਜ ਆਉਂਦੇ ਉੱਤੇ ਗੌਰ ਲਾਜ਼ਮੀ ਕਰਨੀ ਹੈ। ਐਵੇਂ ਅੰਨ੍ਹੇਵਾਹ ਟਿਕ ਨਾ ਕਰ ਲਿਆ ਕਰੋ, ਬੜੀ ਤਕਲੀਫ ਹੋਏਗੀ। ਸਾਡਾ ਕੰਮ ਆ ਤੁਹਾਨੂੰ ਦੱਸਣਾ, ਤੁਹਾਡਾ ਕੰਮ ਬਚਣਾ, ਠੀਕ ਹੈ। ਫਿਰ ਕਈ ਕਮੈਂਟ ਆਉਣਗੇ ਕਿ ਭਾਈ ਤੁਹਾਡੇ ਨਾਲ ਹੀ ਫਰਾਡ ਹੁੰਦੇ ਸਾਰੇ। ਯਾਰ ਫਰਾਡ ਸਾਰੇ ਨਹੀਂ, ਸਾਰੇ ਕਿੰਨੇ ਬੰਦੇ ਬੈਠੇ ਨੇ, ਕਿਸੇ ਨੂੰ ਕੋਈ ਮੈਸੇਜ ਆਉਂਦਾ, ਕਿਸੇ ਨੂੰ ਕੋਈ। ਉਹ ਤੁਹਾਨੂੰ ਦੱਸਣ ਦਾ ਕਰਕੇ ਅਸੀਂ ਉਹ ਚੀਜ਼ ਸਾਹਮਣੇ ਸ਼ੋਅ ਕਰੀ ਦੀ ਕਿ ਭਾਈ ਇਸ ਕੰਮ ਤੋਂ ਤੁਸੀਂ ਬਚੋ। ਜਦੋਂ ਤੁਸੀਂ ਉਹ ਤੋਂ ਬਚ ਜਾਓਗੇ ਤਾਂ ਸਾਡਾ ਵੀਡੀਓ ਬਣਾਉਣ ਦਾ ਹੱਕ ਪੂਰਾ ਹੋ ਜਾਏਗਾ। ਤੇ ਸਭ ਤੋਂ ਪਹਿਲੇ ਜਦੋਂ ਤੁਹਾਨੂੰ ਕੋਈ ਮੈਸੇਜ ਆਵੇ ਨਾ, ਸਿਮ ਦੇ ਉੱਪਰ ਮੈਸੇਜ ਆ ਜੇ, ਮੈਸੇਜ ਨੂੰ ਤੁਸੀਂ ਛੇੜਨਾ ਨਹੀਂ। ਟਿਕਟੋਕ ਦੀ ਤਰਫੋਂ ਆ ਗਏ ਜਾਂ ਕਿਸੇ ਹੋਰ ਦੀ ਤਰਫੋਂ ਆ ਜੇ, ਮੈਸੇਜ ਨੂੰ, ਉਸ ਮੈਸੇਜ ਨੂੰ ਜਦੋਂ ਤੁਸੀਂ ਓਪਨ ਕਰਦੇ ਹੋ ਨਾ, ਉਹਦੇ ਨੀਚੇ ਚੈਟ ਕਰਨ ਵਾਲਾ ਬਾਕਸ ਬਣਿਆ ਹੁੰਦਾ। ਲੇਕਿਨ ਲੰਘ ਜਾਓ ਯਾਰ, ਸਾਰੇ ਇੱਥੇ ਅੱਜ ਹੀ ਲੰਘਣਾ ਸਾਰਿਆਂ ਨੇ, ਮਿੰਟ ਕੁ ਬਾਅਦ ਖੁਰ। ਤੇ ਉਹਦੇ ਨੀਚੇ ਨਾ ਟੈਪ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਹੁੰਦੀ। ਉਹ ਜਸਟ ਇੱਕ ਗੂਗਲ ਦਾ ਬਣਿਆ ਹੁੰਦਾ ਬਿਲੂ ਜਿਹਾ, ਗੋ ਮੋਰ। ਇੱਥੇ ਅਗਰ ਜਦੋਂ ਤੁਸੀਂ ਕਲਿੱਕ ਕਰਤਾ, ਸਮਝ ਲਓ ਤੁਹਾਡਾ ਟਿਕਟੋਕ ਵਾਲਾ ਜਿਹੜਾ ਤੁਸੀਂ ਪਾਸ ਪਿੰਨ ਆਇਆ ਨਾ ਤੁਹਾਨੂੰ, ਉਹ ਤੁਹਾਡਾ ਅਗਲੇ ਦੇ ਕੋਲ ਟ੍ਰਾਂਸਫਰ ਹੋ ਜਾਏਗਾ। ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਣੀ। ਇਹ ਨਵਾਂ ਤਰੀਕਾ ਕੱਢਿਆ ਉਹਨਾਂ ਨੇ ਲੁੱਟਣ ਦਾ, ਲੋਕਾਂ ਨਾਲ ਫਰਾਡ ਕਰਨ ਦਾ। ਇਸ ਸਾਡੇ ਮੁਲਕ ਦੇ ਵਿੱਚ ਹਕੂਮਤ ਇਹਨਾਂ ਕੰਮਾਂ ਤੇ ਜ਼ੋਰ ਨਹੀਂ ਦਿੰਦੀ, ਗਰੀਬਾਂ ਨੂੰ ਆ ਕੇ ਤੁੰਨ ਦੇਗੀ। ਆਹ ਮਕਾਨ ਗਲਤ ਬਣ ਗਿਆ, ਇਹਨੂੰ ਵੀ ਤੁੰਨ ਦਿਓ। ਆਹ ਰੇਹੜੀਆਂ ਗਲਤ ਖਲੋਤੀਆਂ, ਇਹਨੂੰ ਵੀ ਤੁੰਨ ਦਿਓ। ਜਿਹੜੇ ਇੱਦਾਂ ਫਰਾਡ ਕਰਦੇ ਆ, ਉਹ ਆਪਣਾ ਚੈੱਕ ਬੁੱਕ, ਅਗਰ ਉਹਨਾਂ ਕੋਲ ਚੈੱਕ ਬੁੱਕ ਮੰਗ ਲਓ ਤਾਂ ਉਹ ਵੀ ਨੱਸ ਕੇ ਫੜਾ ਦੇਣਗੇ ਤੁਹਾਨੂੰ। ਉਹਨਾਂ ਨੇ ਕੋਈ ਨਹੀਂ ਗੱਲ ਕਰਨੀ, ਕਿਉਂਕਿ ਪਤਾ ਉਹਨਾਂ ਦੇ ਪਿੱਛੇ ਸੱਪ ਹੱਥ ਵੱਡੇ ਆ। ਉਹਨਾਂ ਨੂੰ ਕਿਸੇ ਨੇ ਕਹਿਣਾ ਕੁਛ ਨਹੀਂ, ਕਿਉਂਕਿ ਪਿੱਛੇ ਮੇਰੇ ਨਾਲ ਵੀ ਇੱਦਾਂ ਹੋਈ ਆ। ਮੈਂ ਉਹਨਾਂ ਦੀ ਚੈੱਕ ਬੁੱਕ ਵੀ ਲੈ ਲਈ ਆ, ਮੈਂ ਉੱਤੇ ਦਰਖਾਸਤ ਵੀ ਦੇ ਦਿੱਤੀ ਆ, ਲੇਕਿਨ ਉਹ ਕੋਈ ਅਤਾ ਪਤਾ ਹੀ ਨਹੀਂ। ਹਾਲਾਂਕਿ ਚੈੱਕ ਬੁੱਕ ਜਿਹੜੀ ਆ, ਅਗਰ ਤੁਸੀਂ ਕਿਸੇ ਨੂੰ ਦਿੰਦੇ ਹੋ, ਤੁਹਾਡਾ ਅਕਾਊਂਟ ਜਿਸ ਬੈਂਕ 'ਚ ਖੁੱਲ੍ਹਾ ਆ, ਜ਼ਾਹਰ ਐਵੇਂ ਤਾਂ ਨਹੀਂ ਨਾ ਅਕਾਊਂਟ ਖੁੱਲ੍ਹ ਜਾਂਦੇ। ਉਹ ਅਕਾਊਂਟ ਦਿੰਦੇ, ਉਹਨਾਂ 'ਚ ਪੈਸੇ ਆਉਂਦੇ ਜਾਂਦੇ। ਉਹਦੀ ਲੱਖ ਦੀ ਟ੍ਰਾਂਜੈਕਸ਼ਨ ਵੀ ਹੋਈ ਸੀ, ਸਾਰਾ ਕੁਝ ਹੋਇਆ ਸੀ, ਲੇਕਿਨ ਉਹਦਾ ਕੋਈ ਸੁਰ ਪਤਾ ਨਹੀਂ। ਪੈਸੇ ਲਾਓ ਮਗਰ ਜਾ ਕੇ ਦੂਜੇ ਨੰਬਰ 'ਤੇ ਸਿਫਾਰਿਸ਼ ਕਰਾਓ, ਫਿਰ ਜਾ ਕੇ ਤੁਹਾਡਾ ਕੰਮ ਹੋਏਗਾ, ਅਦਰਵਾਈਜ਼ ਤੁਹਾਡਾ ਕੰਮ ਨਹੀਂ ਹੋਣਾ। ਤੇ ਬਿਹਤਰ ਇਹ ਆ ਕਿ ਭਾਈ ਅਗਰ ਤੁਹਾਨੂੰ ਕੋਈ ਮੈਸੇਜ ਆਉਂਦਾ ਸਿਮ ਦੇ ਉੱਪਰ, ਤਾਂ ਉਹਨੂੰ ਇਗਨੋਰ ਕਰੋ ਤੇ ਆਪਣੀ ਜ਼ਿੰਦਗੀ 'ਚ ਖੁਸ਼ ਰਹੋ। ਕੋਈ ਵੀ ਮਸਲਾ ਬਣੇ, ਬੰਦਾ ਕਿਸੇ ਨੂੰ ਪੁੱਛ ਲੈਂਦਾ, ਯਾਰ ਆ ਮੈਨੂੰ ਮੈਸੇਜ ਆ। ਕੋਈ ਕਿਤੇ ਤੁਹਾਨੂੰ ਲਾਲਚ ਆਉਂਦਾ ਨਾ, ਲਾਲਚ ਵਾਲੀ ਜਗ੍ਹਾ ਤੇ ਵੀ ਨਹੀਂ ਜਾਣਾ, ਕਿਉਂਕਿ ਜਿੱਥੇ ਲਾਲਚ ਆ ਉੱਥੇ ਫਰਾਡੀਆ ਕਾਮਯਾਬ ਹੋ ਜਾਂਦਾ। ਜਿੱਥੇ ਲਾਲਚ ਹੋਏਗਾ ਉੱਥੇ ਫਰਾਡੀਆ ਤੁਹਾਨੂੰ ਫਰਾਡ ਲਾ ਕੇ ਨਿਕਲ ਜਾਏਗਾ। ਸਭ ਤੋਂ ਵੱਡਾ ਫੇਸਬੁੱਕ ਹੁਣ ਨਵਾਂ ਹੀ ਕੰਮ ਕੱਢ ਲਿਆ ਇਹਨਾਂ ਨੇ, ਮੈਸੇਜ ਕਰਦੇ ਆ ਟਿਕਟੋਕ ਤੁਹਾਡਾ ਅਕਾਊਂਟ ਬੈਨ ਹੋ ਜਾਏਗਾ, ਇਹ ਹੋ ਜਾਏਗਾ, ਉਹ ਹੋ ਜਾਏਗਾ, ਤੁਹਾਡਾ ਬੈਂਕ ਅਕਾਊਂਟ ਬੈਨ ਹੋ ਜਾਏਗਾ। ਇਹ ਤੁਸੀਂ ਮੈਸੇਜ ਖੋਲ੍ਹਿਆ, ਤੁਹਾਨੂੰ ਕਾਲ ਵੀ ਆ ਜਾਂਦੀ ਆ, ਪਿੰਨ ਕੋਡ ਜੈਸੇ ਪਿੰਨ ਕੋਡ ਤਾਂ ਅਸਲੀ ਹੋਣਾ ਨਾ, ਕਾਲ ਵੀ ਉਹ ਅਸਲੀ ਆਉਂਦੀ ਗੂਗਲ ਦੀ ਤਰਫੋਂ, ਵੈਰੀਫਿਕੇਸ਼ਨ ਕੋਡ। ਲੇਕਿਨ ਉਹ ਜਿਹੜਾ ਕੋਡ ਉਹ ਭੇਜਦੇ ਨੇ ਨਾ ਮੈਸੇਜ ਦੇ ਉੱਤੇ, ਉਹਦੀ ਸਮਝ ਨਹੀਂ ਆਈ ਹਾਲੇ ਕਿ ਉਹ ਕਿਸ ਤਰ੍ਹਾਂ ਜਨਰੇਟ ਕਰਵਾ ਲੈਂਦੇ। ਉੱਪਰ ਲਿਖਿਆ ਹੁੰਦਾ ਬਕਾਇਦਾ ਟਿਕਟੋਕ ਦਾ ਮੈਸੇਜ,
ਤੇ ਆਉਂਦਾ ਤੁਹਾਡੀ ਸਿਮ ਤੇ ਆ। ਹਾਲਾਂਕਿ ਟਿਕਟੋਕ ਅਗਰ ਮੈਸੇਜ ਕਰੇਗਾ ਮੈਸੇਜ ਕਰੇਗੀ ਤੁਹਾਡੇ ਟਿਕਟੋਕ ਦੀ ਇਨਬਾਕਸ ਦੇ ਵਿੱਚ, ਐਪ ਦੇ ਇਨਬਾਕਸ ਦੇ ਵਿੱਚ। ਲੰਘ ਲਓ ਵੀ ਅੱਜ ਇੱਥੇ ਪਤਾ ਨਹੀਂ ਕਿਹੜੀ ਕਿਆਮਤ ਆਈ ਆ ਵੀ ਇੱਥੇ ਤੇ ਰਸ਼ ਹੀ ਬਹੁਤ ਹੋਇਆ ਪਿਆ। ਜਦੋਂ ਕੋਈ ਕੰਮ ਦੀ ਗੱਲ ਉਹਦੇ ਸ਼ੂ ਸ਼ੂ ਅੱਲਾ ਜਾਣੇ। ਅੱਛਾ, ਉਮੀਦ ਕਰਦੇ ਹਾਂ ਵਲੌਗ ਚੰਗਾ ਲੱਗਾ। ਅਗਰ ਚੰਗਾ ਲੱਗਾ ਤੇ ਭਾਈ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਨਾ। ਮਿਲਦੇ ਤੁਹਾਨੂੰ ਅਸੀਂ ਆਪਣੇ ਅਗਲੇ ਵਲੌਗ ਦੇ ਵਿੱਚ। ਆਪਣਾ ਬੜਾ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਅਸੀਂ ਵੀ ਤੁਹਾਨੂੰ ਰੱਖਦੇ ਹਾਂ, ਤੁਸੀਂ ਵੀ ਸਾਨੂੰ ਯਾਦ ਰੱਖਣਾ। ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅੱਲਾ ਹਾਫਿਜ਼।